मुझे नवाजे तेरा कर्म है वरना तेरी रहमतों का बदला मेरी बंदगी नहीं। काशी टीवी देखने वाले सारे साडे व्यूअर्स ਨੂੰ ਮੇਰੇ ਬਲਬੀਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਜੀ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਹੈਲਥ ਟਾਕ ਸ਼ੋ ਸਪੈਸ਼ਲ ਗੈਸਟ ਦੇ ਨਾਲ, ਜਿਹਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੀ ਵੈਲਥ ਦੇ ਬਾਰੇ, ਕਿਉਂਕਿ ਵੈਲਥ ਜਿਹੜੀ ਹੈ ਸਾਡੀ ਇਮੋਸ਼ਨਲ ਹੈਲਥ ਦੇ ਨਾਲ 100% जुड़ी हुई है। कोरोना वायरस के टाइम दे विच लॉट ऑफ पीपल मॉर्गेजेस एंड जिन्हां दे बिजनेस काफ़ी ठप हो गए सी, उन्हां लई अज असीं शो लैके हाज़र आ, जिहदे विच काफ़ी इन्फॉर्मेशन साडे नाल जुड़नगे। हरप्रीत अटवाल ते सुखी अटवाल हसबैंड एंड वाइफ, इन्हां दा अपना बिजनेस हैगा एंड काफ़ी लंबे अरसे तो इस फील्ड दे विच हैगे ते सानूं बेसिक इन्फॉर्मेशन अज दस के जाणगे ते असीं देखांगे भी तुहाडे इस बारे व्यूज़ की हैगे ते उहदे आधार ते असीं गां साडा अपना जिहड़ा शो है वो पेश करन दी कोशिश करांगे तुहाडे लई। सो लैके हाजिर अपने काशी टीवी ते अपनी इमोशनल हालत नूं मद्देनज़र रखते हुए साडी वैल्थ जिहड़ी हैगी है वो किस आधार ते असीं अपनी सेव करके अपना बैटर फ्यूचर बना सकते हैं, उहदे बारे अज असीं गलबात करांगे ते वेलकम करदे आ काशी टीवी ते सुखी अटवाल ते हरप्रीत अटवाल दा। Thank you very much for coming to Kashi TV. So I want to know a little bit about you, Sukhi and Harpreet. ਤੁਸੀਂ ਦੋਵੇਂ ਇਕੱਠੇ ਕੰਮ ਕਰਦੇ ਹੈਗੇ ਆ, ਕਿੰਨੇ ਚਿਰ ਤੋਂ ਤੁਸੀਂ ਇਸ ਫੀਲਡ ਦੇ ਵਿੱਚੋਂ and what made you come to this field? ਅਸੀਂ 2003 ਤੋਂ ਸ਼ੁਰੂ ਹੋਏ ਸੀ and what made us come into the field, that's a difficult question to answer. ਉਹ ਤਾਂ ਮੈਂ ਆਨਸਰ ਨਹੀਂ ਕਰ ਸਕਦਾ, ਪਰ ਮੈਂ ਕਹਿ ਸਕਦਾ I'm in the right field, ਪਹੁੰਚ ਗਿਆ ਮੈਂ ਜਿੱਥੇ ਮੈਂ ਵੀ ਚਾਹੁੰਦਾ ਆ। I feel as if this is my duty, ਇਹ ਮੇਰਾ ਸੇਵਾ ਆ to help people to grow their wealth. ਤੁਸੀਂ really nice introduction ਕੀਤਾ ਸੀ, emotional ਕਾਫੀ ਲਿੰਕ ਆ wealth ਨਾਲ। wealth ਅਸੀਂ ਥੋੜ੍ਹੇ ਡਰਦੇ ਆ ਕਿ ਮਤਲਬ wealth ਆ, but just money. If we talk about money and finance, then if we link finance to emotions, then we're on the right path. ਸਿੱਧੇ ਰਸਤੇ ਤੇ ਚੱਲਦੇ ਆ। and ਪਤਾ ਨਹੀਂ ਕਾਤਬ ਬਾਬਾ ਜੀ ਨੇ ਮੈਨੂੰ ਪਾਤਾ with this field, but all I know is this is the right field for me. and ਸਾਡੇ nearly 20 years ਹੋ ਗਏ ਇਸ trade 'ਚ। we've been helping a lot of families. ਮੇਰੀ blessing ਹੈ actually, ਮੈਨੂੰ 6 ਰੁਪਏ ਮਿਲਦੀ ਆ because ਮੈਂ ਇਹ ਸਾਈਡ ਟੇਬਲ 'ਤੇ ਬੈਠਾ ਕਾਫੀ ਕਸਟਮਰ ਨਾਲ, ਮੈਨੂੰ ਕਾਫੀ ਐਕਸਪੀਰੀਅੰਸ ਹੋ ਗਿਆ ਕੀ ਵਧੀਆ ਚੱਲਦਾ ਕੀ ਨਹੀਂ ਵਧੀਆ ਚੱਲਦਾ। then all ਮੇਰੀ ਡਿਊਟੀ ਹੈ to try and explain, educate people, because there are some secrets, and it's not fair that it's the privileged few that get to benefit from these secrets. We get to share them. And so you can say that ਮੇਰਾ ਖਿਆਲ ਇਹੀ ਸੇਮ ਹੈ। ਸੋ ਹਰ ਬਿਜ਼ਨਸ ਸਾਡੀ ਨੂੰ ਕਈ ਸਾਲ ਹੋ ਗਏ, ਇਹਦੇ ਵਿੱਚ ਅਸੀਂ ਆਪ ਵੀ ਜਿੱਦਾਂ ਆਪਣੀ ਵੈਲਥ ਗਰੋ ਕੀਤੀ ਆ, ਅਸੀਂ ਸਦਾ ਹੀ ਪਹਿਲੇ ਦਿਨ ਤੋਂ ਹੀ ਸ਼ੇਅਰ ਕੀਤਾ ਵਾ। ਜੇ ਸਾਨੂੰ ਕੋਈ ਪੁੱਛਦਾ ਵੀ ਤੁਸੀਂ ਇਹ ਕਿਸ ਤਰ੍ਹਾਂ ਕੀਤਾ, ਅਸੀਂ ਦੱਸੀਦਾ ਵਾ। ਐਂਡ ਪਤਾ ਕੀ ਹੈ, ਜਿਹੜੀ ਆਪਣੀ ਸਾਰਿਆਂ ਦੀ ਮੈਂਟਲ ਹੈਲਥ ਹੁੰਦੀ ਆ ਅਤੇ ਵੈਲਥ ਵੀ ਦੋਵੇਂ ਦੀ ਕਨੈਕਸ਼ਨ ਆ। ਕਈ ਵਾਰੀ ਜਿਹੜੇ ਆਪਣੀ ਸਟਰੈਸ ਤੋਂ ਬਿਮਾਰੀਆਂ ਸ਼ੁਰੂ ਹੁੰਦੀਆਂ ਉਹ ਫਿਕਰ ਤੋਂ ਸ਼ੁਰੂ ਹੁੰਦੀਆਂ, ਅਤੇ ਆਮ ਤੌਰ ਤੱਕ ਥੋੜ੍ਹਾ ਕੋਈ ਨਾ ਫਿਕਰ ਕਈ ਵਾਰੀ ਲਿੰਕ ਹੁੰਦਾ ਵਾ ਮਨੀ ਅਤੇ ਪੈਸੇ ਦੇ ਨਾਲ। ਅਤੇ ਤੁਹਾਡੀ ਪਿਛਲੀ ਜਰਨੀ ਕੀ ਆ, ਤੁਸੀਂ ਬਚਪਨ 'ਚ ਕੀ ਸਿੱਖਿਆ ਪੈਸੇ ਬਾਰੇ, ਤੁਸੀਂ ਆਪਣੇ ਮਾਂ ਪਿਓ ਨੂੰ ਕੀ ਸਟਰਗਲ ਦੇਖੀ ਆ, ਜਾਂ ਉਹਦੇ ਹਿਸਾਬ ਨਾਲ ਤੁਹਾਡੀ ਜਿਹੜੀ ਮੈਂਟਲ ਸੋਚ ਆ ਪੈਸੇ ਬਾਰੇ ਉਸ ਗੱਲ ਤੋਂ ਬਣਦੀ ਆ। ਐਂਡ ਆਈ ਥਿੰਕ ਸਭ ਤੋਂ ਵਧੀਆ ਸਾਨੂੰ ਇਹ ਲੱਗਦਾ ਵੀ ਜਦੋਂ ਅਸੀਂ ਕਿਸੇ ਨਾਲ ਬਹਿੰਦੇ ਹਾਂ, ਅਸੀਂ ਉਹਨਾਂ ਨੂੰ ਐਡਵਾਈਸ ਦਿੰਦੇ ਹਾਂ ਅਤੇ ਉਹਨਾਂ ਦੀ ਜ਼ਿੰਦਗੀ ਬਦਲ ਸਕਦੇ ਹਾਂ। ਲਾਈਫ ਚੇਂਜਿੰਗ ਹੈ ਨਾ, ਲਾਈਫ ਚੇਂਜਿੰਗ ਐਡਵਾਈਸ ਆ। ਸੁਖੀ, ਮੈਨੂੰ ਇੱਕ ਗੱਲ ਤੁਹਾਡੀ ਬਹੁਤ ਵਧੀਆ ਲੱਗੀ ਵੀ ਤੁਸੀਂ ਕਹਿੰਦੇ ਵੀ ਕਈ ਵਾਰੀ ਸਾਡਾ ਮਾਈਂਡ ਜਿਹੜਾ ਸੈੱਟ ਆਲਰੇਡੀ ਹੁੰਦਾ, ਅਸੀਂ ਆਪਣੇ ਪੇਰੈਂਟਸ ਨੂੰ ਦੇਖਦੇ ਹਾਂ ਸਟਰਗਲ ਕਰ ਰਹੇ ਨੇ, ਅਸੀਂ ਸੋਚਦੇ ਵੀ ਸ਼ਾਇਦ ਸਾਨੂੰ ਵੀ ਆਪਣੀ ਲਾਈਫ 'ਚ ਸਾਰਾ ਉਮਰ ਸਟਰਗਲ ਕਰਨੀ ਪਏਗੀ। ਬਟ ਹੁਣ ਜਿੱਦਾਂ ਤੁਹਾਡੇ ਵਰਗੇ ਐਕਸਪਰਟ ਜਿਹੜੇ ਹੈਗੇ ਆ ਇਨ ਦਿਸ ਫੀਲਡ, ਉਹ ਅੱਗੇ ਆ ਕੇ ਹੈਲਪ ਕਰ ਰਹੇ ਨੇ, ਜਿਨ੍ਹਾਂ ਨੂੰ ਇਹ ਪਤਾ ਨਹੀਂ ਹੈ ਵੀ ਕੀ ਵਿੱਚੋਂ ਦੀ ਕੀ ਕ੍ਰਾਈਟੀਰੀਆ, ਕਿਸ ਤਰੀਕੇ ਦੇ ਨਾਲ ਅਸੀਂ ਆਪਣੀ ਵੈਲਥ ਥੋੜ੍ਹੀ ਨੂੰ ਜ਼ਿਆਦਾ ਬਣਾ ਸਕਦੇ ਹਾਂ ਇਨ ਅ ਨਾਈਸਰ ਵੇ ਐਂਡ ਇੱਕ ਸੋਚ ਸਮਝ ਦੇ ਨਾਲ ਆਪਾਂ ਆਪਣੀ ਇਮੋਸ਼ਨਲ ਜਿਹੜੀ ਹੈਗੀ ਹੈ ਵੈਲਬੀਂਗ ਉਹਦੇ 'ਤੇ ਧਿਆਨ ਦੇ ਸਕਦੇ ਆ। ਅਤੇ ਜਿਹੜੀ ਬਿਮਾਰੀਆਂ ਸਾਨੂੰ ਚਿੰਤਾ ਦੇ ਨਾਲ ਲੱਗਦੀਆਂ, ਜਿਹੜੀ ਕਿ ਮਨੀ ਵਰੀਜ਼ ਜਿਹੜੀਆਂ ਹੁੰਦੀਆਂ, ਐਂਡ ਤੁਸੀਂ ਦੇਖਿਆ ਵੀ ਕਰੋਨਾ ਵਾਇਰਸ ਦੇ ਟਾਈਮ 'ਤੇ ਕਈਆਂ ਦੀ ਜੋਬਾਂ ਵੀ ਚਲੀ ਗਈਆਂ ਸੀਗੀਆਂ ਐਂਡ ਮੋਰਗੇਜ 'ਤੇ ਕਿੰਨਾ ਪ੍ਰੈਸ਼ਰ ਪਿਆ ਹੋਇਆ ਸੀ, ਫਾਈਨੈਂਸ਼ੀਅਲ ਇਸ਼ੂਜ਼ ਜਿਹੜੇ ਹੈਗੇ ਸੀ, ਐਂਡ ਬੱਚਿਆਂ ਦੇ ਘਰ ਹੋਣ ਕਰਕੇ ਵੀ ਦੇयर ਵਾਜ਼ ਐਕਸਟਰਾ ਕੋਸਟ, ਦੇयर ਵਾਜ਼ ਸੋ ਮੈਨੀ ਥਿੰਗਸ। ਐਂਡ ਉਸ ਤੋਂ ਇਲਾਵਾ ਜਿਹੜੀ ਰਿਲੇਸ਼ਨਸ਼ਿਪ 'ਤੇ ਕਾਫੀ ਇਫੈਕਟ ਪਿਆ ਸੀ, ਜਿਹਦੇ ਕਰਕੇ ਡਿਵੋਰਸ ਵੀ ਹੋਏ ਸੀਗੇ ਐਂਡ ਸਪਰੇਸ਼ਨ ਕਰਕੇ ਵੈਨ ਓਨਲੀ ਵਨ person is paying the mortgage, ਉਹਦੇ ਤੇ ਉਹਦਾ ਇਫੈਕਟ ਪੈਂਦਾ ਸੀਗਾ। ਹੁਣ ਤੱਕ ਤੁਹਾਨੂੰ ਪਤਾ ਵੀ ਕਿੰਨੇ ਇਮੋਸ਼ਨਲ ਕੇਸਿਸ ਜਿਹੜੇ ਆ ਲਿੰਕ ਵਿਦ ਡਿਵੋਰਸ ਕਰਕੇ। ਦਿਸ ਇਜ਼ ਜਿਹੜੀ ਸਪੈਸ਼ਲੀ ਕੋਵਿਡ ਦੇ ਟਾਈਮ 'ਤੇ ਅਸੀਂ ਇਕੱਲੇ ਸਾਡਾ ਜਿਹੜਾ ਪ੍ਰੈਸ਼ਰ ਹੁੰਦਾ ਵਾ ਹੈਲਥ 'ਤੇ, ਉਹ ਆ ਇੱਕਦਮ ਤੁਸੀਂ ਕੰਮ ਨਹੀਂ ਜਾ ਰਹੇ ਜੀ, ਤੁਸੀਂ ਯੂਜ਼ ਟੂ ਬਾਹਰ ਆਫਿਸ ਵਿੱਚ ਜਾਣਾ, ਜਿੱਦਾਂ ਜਿਹੜੇ
ਜਿਹੜੇ ਸੀਗੇ ਲੋਕ ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਉਹਨਾਂ ਦੀ ਚੱਲ ਟੂ ਸਮ ਐਕਸਟੈਂਟ ਨੌਕਰੀ ਰਹੀ ਹੈ ਨਾ, ਵੀ ਜਾਣਾ ਪੈਂਦਾ ਸੀ, ਮੈਨੂਫੈਕਚਰਿੰਗ ਹੈ। ਪਰ ਜਿਹੜੇ ਜੇ ਤੁਸੀਂ ਕੰਮ ਘਰੋਂ ਕਰ ਸਕਦੇ ਆ, ਤੁਹਾਨੂੰ ਗਵਰਨਮੈਂਟ ਨੇ ਘਰ ਬਿਠਾਤਾ, ਤੇ ਉਹਦੇ ਲਈ ਤੁਸੀਂ ਆਲ ਆਫ ਅ ਸਡਨ ਤੁਸੀਂ 24 ਘੰਟੇ ਆਪਣੀ ਫੈਮਿਲੀ ਆਪਣੇ ਬੱਚਿਆਂ ਨਾਲ ਆ, ਤੇ ਤੁਹਾਡੇ ਖਰਚੇ ਵੱਧ ਜਾਂਦੇ ਆ। ਔਰ ਨੋਰਮਲੀ ਤੁਹਾਡੇ ਬੱਚੇ ਸਕੂਲੇ ਹੁੰਦੇ ਆ, ਉਹਨਾਂ ਨੇ ਸਕੂਲੇ ਸਵੇਰ ਨੂੰ ਤੁਸੀਂ ਬ੍ਰੈਕਫਾਸਟ ਦੇਣਾ ਵਾ, ਲੰਚ ਉਹਨਾਂ ਸਕੂਲੇ ਕਰਨਾ, ਸ਼ਾਮ ਦਾ ਖਾਣਾ ਵਾ। ਆਲ ਆਫ ਅ ਸਡਨ ਤੁਹਾਡੇ ਕੋਲ 24 ਘੰਟੇ ਬੱਚੇ ਘਰ ਆ, ਤੁਹਾਡਾ ਜਿਹੜਾ ਫੂਡ ਬਿੱਲ ਉਹ ਇੰਕਰੀਜ਼ ਹੋ ਜਾਂਦਾ ਵਾ। ਜਿਹੜੀ ਜੇ ਤੁਹਾਡੀ ਜੌਬ ਚੱਲ ਜਾਂਦੀ ਹੈ ਤਾਂ ਤੁਹਾਡੇ ਮੌਰਗੇਜ ਸੈਟ ਉਹ ਸਾਰਾ ਬਦਲਣਾ ਨਹੀਂਗਾ, ਉਹ ਤੁਹਾਨੂੰ ਪੇ ਕਰਨਾ ਪੈਣਾ। ਕੁਝ ਹੱਦ ਤੱਕ ਗਵਰਨਮੈਂਟ ਨੇ ਹੈਲਪ ਕੀਤੀ ਵੀ ਜਿਹੜਾ ਉਹਨਾਂ ਨੇ ਬੈਂਕਸ ਨੇ ਕਿਹਾ ਵੀ ਤੁਹਾਡਾ 3 ਮੰਥ ਦਾ ਤੁਹਾਨੂੰ ਅਸੀਂ ਬ੍ਰੇਕ ਦੇ ਸਕਦੇ ਹਾਂ। ਹਾਂਜੀ, ਲੇਕਿਨ ਜਿਹੜਾ ਇਹ ਇਨਫੋਰਮੇਸ਼ਨ ਆ ਜ਼ਰੂਰੀ ਨਹੀਂ ਵੀ ਸਾਰੀ ਕਮਿਊਨਿਟੀ ਨੂੰ ਮਿਲਿਆ। ਸਹੀ ਗੱਲ ਹੈ ਤੁਹਾਡੀ। ਉਹ ਇਨਫੋਰਮੇਸ਼ਨ ਜਿਹੜੀ ਅਵੇਅਰਨੈਸ ਹੈਗੀ ਆ, ਲਾਈਕ ਪੀਪਲ ਲਾਈਕ ਯੂ ਕਮ ਐਂਡ ਟੈਲ ਕਿ ਵੀ ਤੁਸੀਂ ਇਹ ਕਰ ਸਕਦੇ ਹੋ। ਹੁਣ 3 ਮੰਥਸ ਦੀ ਭਾਵੇਂ ਆਪਾਂ ਮੋਰਗੇਜ ਕਹਿੰਦੇ ਆ, ਕਈਆਂ ਦੀ ਮੋਰਗੇਜ ਜਿਹੜੀ ਆ ਮੇ ਬੀ ਓਵਰ 1000 ਹੋਗੀ, ਉਹਨਾਂ ਦੇ ਜਿਹੜਾ ਲਾਸ ਬਿਜ਼ਨਸ, ਬਿਕੋਜ਼ ਜ਼ਿਆਦਾ ਤੋਂ ਜਿਹੜੇ ਬਿਜ਼ਨਸ ਹੈ ਉਹਨਾਂ ਨੂੰ ਲਾਸ ਹੋਇਆ ਸੀਗਾ। ਮੋਸਟ ਆਫ ਦ ਬਿਜ਼ਨਸਮੈਨ ਜਿਹੜੇ ਸੀ ਉਹ ਘਰੇ ਹੈਗੇ ਸੀ, ਹਜੇ ਜਿਹੜੇ ਵਰਕਿੰਗ ਕਲਾਸ ਫਿਰ ਵੀ ਦੇ ਵਰ ਬੈਟਰ ਆਫ, ਉਹ ਫਿਰ ਵੀ ਕੰਮਾਂ ਤੇ ਕਈ ਜਾ ਰਹੇ ਸੀਗੇ, ਤੇ ਉਹਦੇ ਕਰਕੇ ਜਿਹੜੇ ਬਿਜ਼ਨਸ ਨੂੰ ਅਫੈਕਟ ਪਿਆ ਸੀ। ਤੇ ਤੁਸੀਂ ਤਾਂ ਉਹਦੇ ਵਿੱਚ ਕਾਫੀ ਹੁਣ ਇਸ ਟਾਈਮ ਤੇ ਮਾਹਿਰ ਹੋ ਗਏ ਵੀ ਯੂ ਹੈਡ ਅ ਗੁੱਡ ਅੰਡਰਸਟੈਂਡਿੰਗ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਕਰਨੀ ਹੈ। ਦਿਸ ਇਜ਼ ਹੁਣ ਉਸ ਟਾਈਮ ਤੇ ਜਦੋਂ ਗਵਰਨਮੈਂਟ ਨੇ BBL ਲੋਨਸ, ਬਿਜ਼ਨਸ ਬਾਉਂਸ ਬੈਕ ਲੋਨਸ ਦਿੱਤੇ ਸੀਗੇ, ਅਸੀਂ ਕਈ ਕਲਾਇੰਟ ਦੇ ਨਾਲ ਜਿਹੜਾ ਕਿ ਬਿਜ਼ਨਸ ਹੈ ਉਹਨਾਂ ਨੂੰ ਸਹਾਇਤਾ ਕੀਤੀ ਵੀ ਤੁਸੀਂ ਇੱਦਾਂ ਇਹਨਾਂ ਨੂੰ ਅਪਲਾਈ ਕਰ ਸਕਦੇ ਆ, ਇਹਨਾਂ ਲੋਨਸ ਲਈ ਤੁਸੀਂ ਅਪਲਾਈ ਕਰ ਸਕਦੇ ਆ, ਤਾਂ ਤੁਸੀਂ ਥੋੜ੍ਹੇ ਜਿਹੜੇ ਤੁਹਾਨੂੰ 20 to 50,000 ਪਾਉਂਡ ਮਿਲ ਸਕਦਾ ਸੀਗਾ। ਕਿਉਂਕਿ ਉਸ ਟਾਈਮ ਤੇ ਆਪਾਂ ਨੂੰ ਪਤਾ ਨਹੀਂ ਸੀ ਵੀ ਕਿੰਨੀ ਦੇਰ ਕੋਵਿਡ ਰਹਿਣੀ ਆ। ਕਦੀ ਕਿਸੇ ਨੇ ਸੋਚਿਆ ਨਹੀਂ ਸੀਗਾ ਵੀ 2 ਸਾਲ ਬਾਅਦ ਅਸੀਂ ਹਜੇ ਵੀ ਉਸੇ ਸਟੇਜ ਤੇ, ਚਲੋ ਹੁਣ ਥੋੜਾ ਨਿਕਲ ਰਹੇ ਆ, ਲੇਕਿਨ ਜਿਹੜੀ ਇਨਕਮ ਆ ਉਹ ਬਿਜ਼ਨਸਾਂ ਦੀ ਉਹ ਹਜੇ ਤੱਕ ਕਈਆਂ ਬਿਜ਼ਨਸ ਦੀ ਮੁੜ ਕੇ ਉਹ ਸੇਮ ਲੈਵਲ ਤੇ ਆਈ ਨਹੀਂ ਗੀ। ਤੇ ਹੁਣ ਇਸ਼ੂ ਇਹ ਆ ਜਿਹੜੇ ਉਹ ਲੋਨ ਲਏ ਹੋਏ ਆ ਉਹਨਾਂ ਨੂੰ ਰੀਪੇ ਕੈਸੇ ਕਰਨਾ। ਐਂਡ ਇਹਦੇ ਵਿੱਚ ਇਹ ਵੀ ਸੀਗਾ ਸੁਖੀ ਕਿ ਵੀ ਕਈਆਂ ਦੀ ਜਿਹੜੀ ਡੈਥ ਵੀ ਹੋ ਗਈ ਸੀ ਕੋਵਿਡ ਦੇ ਦੌਰਾਨ, ਐਂਡ ਦੇ ਵਰ ਵਨ ਪਰਸਨ ਹੂ ਇਜ਼ ਪੇਇੰਗ। ਉਹਦੇ ਬਾਰੇ ਵੀ ਅਸੀਂ ਥੋੜਾ ਜਿਹਾ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਲੇਟਰ ਔਨ, ਮੌਰਗੇਜਸ ਦੇ ਬਾਰੇ ਵੀ ਕਿਹੜਾ ਅਫੈਕਟ ਹੈ, ਕਿਸ ਤਰੀਕੇ ਦੇ ਨਾਲ ਜਿਨ੍ਹਾਂ ਦੇ ਡਿਵੋਰਸ ਹੋਇਆ, ਇੱਕ ਰਿਲੇਸ਼ਨਸ਼ਿਪ ਰਹਿ ਗਿਆ, ਜਾਂ ਫਿਰ ਡੈਥ ਕੋਜ਼ਸ ਜਿਹੜੇ ਹੋਏ ਆ, ਉਹਦੇ ਵਿੱਚ ਵੀ ਥੋੜੀ ਜਿਹੀ ਇਨਫੋਰਮੇਸ਼ਨ ਜੇਕਰ ਤੁਸੀਂ ਇਹਦੇ ਤੇ ਜਾਣਨਾ ਪਾਓ। ਸੋ ਫਾਈਨੈਂਸ਼ੀਅਲ ਪਲੈਨਿੰਗ ਤੋਂ ਆਪਾਂ ਸਟਾਰਟ ਕਰਦੇ ਹਾਂ ਵੀ ਫਾਈਨੈਂਸ਼ੀਅਲ ਪਲੈਨਿੰਗ ਕਿੱਦਾਂ ਦੀ ਸਾਡੀ ਹੋਣੀ ਚਾਹੀਦੀ ਹੈ, ਜਿਹੜਾ ਸਾਡਾ ਸਿਕਿਉਰ ਜਿਹੜਾ ਹੈਗਾ ਆਉਣ ਵਾਲਾ ਟਾਈਮ ਜਿਹੜਾ ਹੈਗਾ ਉਹ ਇੱਕ ਸੇਫ ਹੋ ਸਕੇ, ਤਾਂ ਕਿ ਅਗਰ ਸਾਨੂੰ ਦੁਬਾਰਾ ਕੋਈ ਇਹੋ ਜਿਹੀ ਸਿਚੁਏਸ਼ਨ ਆਉਂਦੀ ਹੈ ਉਹਦੇ ਚੋਂ ਅਗਰ ਅਸੀਂ ਗੁਜ਼ਰਨਾ ਹੋਏ ਤੇ ਅਸੀਂ ਕਿਸ ਤਰੀਕੇ ਦੇ ਨਾਲ ਸੇਫਲੀ ਇਹ ਹੈਂਡਲ ਕਰ ਸਕੀਏ। ਆਈ ਥਿੰਕ ਤੁਸੀਂ ਪਹਿਲੀ ਪੁਆਇੰਟ ਵਧੀਆ ਬਣਾਓ, ਪਲਾਨ ਚਾਹੀਦਾ। ਹਾਂਜੀ, ਜਿੱਦਾਂ ਤੁਸੀਂ ਲੰਡਨ ਜਾਣਾ, ਤੁਸੀਂ ਮੈਪ ਤੇ ਦੇਖਦੇ ਕਿਵੇਂ ਕਿੱਦਾਂ ਪਹੁੰਚੇ ਲੰਡਨ, ਇੱਦਾਂ ਇਹ ਕਰਨਾ, ਇਹ ਕਰਨਾ, ਇਹ ਕਰੋ, ਉੱਥੇ ਸਟਾਪ ਕਰਨਾ। ਕੋਈ ਪਲਾਨਿੰਗ ਤੇ ਤੁਸੀਂ ਫਾਈਨੈਂਸ ਤੇ ਕੋਈ ਪਲਾਨ ਬਣਾਏ, ਤੁਸੀਂ ਇੱਦਾਂ ਵੀ ਸੋਚ ਲਓ, ਕੋਈ ਪਲਾਨ ਵੀ ਕਰਦੇ ਆ। ਐਂਡ ਇਹ ਮੇਨ ਚੀਜ਼ ਆ, ਤੁਸੀਂ ਕੁਛ ਸੋਚਣਾ ਚਾਹੀਦਾ ਕਿੱਦਾਂ ਕਿ ਜੇ ਕੁਛ ਹੋ ਗਿਆ, ਜੇ ਕੋਈ ਬਿਮਾਰੀ ਹੋਈ, ਜੇ ਕੋਈ, ਅਸੀਂ ਸਾਰੇ ਸੋਚਦੇ ਅਸੀਂ ਪਰਫੈਕਟ ਆ, ਐਵਰੀਥਿੰਗ ਇਜ਼ ਪਰਫੈਕਟ, ਵੀ ਨੋਟ ਗੋਇੰ ਟੂ ਲੂਜ਼ ਜੌਬ, ਅਸੀਂ ਸਾਡੀ ਇਨਕਮ ਉੱਪਰ ਹੀ ਜਾਣਾ, ਸਾਡੇ ਹੈਲਥ ਦੀ ਕੋਈ ਪ੍ਰੋਬਲਮ ਨਹੀਂ ਹੋਣੀ। ਸੋ ਫਾਈਨੈਂਸ਼ੀਅਲ ਪਲਾਨਿੰਗ ਤੁਸੀਂ ਸੋਚਦੇ ਆ ਵੀ ਇਟਸ ਨੋਟ ਵਰਥ ਇਟ, ਸਾਡੇ ਕੋਈ ਫਾਇਦਾ ਨਹੀਂ, ਬਟ ਐਕਚੁਅਲੀ ਬਹੁਤ ਫਾਇਦਾ ਆ। ਕੋਵਿਡ ਨੂੰ ਪਤਾ ਲੱਗ ਗਿਆ ਸਾਨੂੰ, ਸਾਡੀ ਕਾਫੀ ਕਸਟਮਰ ਨੇ ਇਨਕਮ ਡਰੋਪ ਹੋ ਗਏ। ਉਸ ਮੂਮੈਂਟ ਵਿੱਚ ਤੁਹਾਨੂੰ ਜੇ ਕੋਈ ਪਲਾਨ ਨਹੀਂ, ਫਿਰ ਤੁਸੀਂ ਜਿੱਦਾਂ ਥੋੜ੍ਹੇ ਬਿਹਾਈਂਡ ਹੋ ਸਕਦੇ, ਤੁਹਾਡੀ ਫਾਈਨੈਂਸ, ਤੁਹਾਡੇ ਸਾਰੇ ਪੈਸੇ ਜਿੱਦਾਂ ਪਿੱਛੇ ਹੋ ਸਕਦੇ। ਹੁਣ ਜਿੱਦਾਂ ਸਾਡੇ ਸਾਰੇ ਕਸਟਮਰ ਅਸੀਂ ਪ੍ਰੋਪਰ ਪਲਾਨਿੰਗ ਨਾਲ ਅੱਗੇ ਸੋਚਦੇ ਆ। ਐਕਚੁਅਲੀ ਟੂ ਬੀ ਔਨੈਸਟ ਸਾਡੇ ਜ਼ਿਆਦਾ ਕਸਟਮਰ ਐਕਚੁਅਲੀ ਠੀਕ ਰਹੇ, ਬਿਕੋਜ਼ ਇਮਰਜੈਂਸੀ ਵਿੱਚ ਸਾਡੇ ਕੋਲ ਪੈਸੇ ਹੈ ਸੀ। ਐਂਡ ਅਸੀਂ ਇਨਕਰੇਜ ਕਰਦੇ ਕਸਟਮਰ ਨੂੰ, ਵੀ ਡੋਂਟ ਟੇਕ ਡੈਟ, ਕੋਈ ਡੈਟ ਨਹੀਂ, ਅਸੀਂ ਇਨਕਰੇਜ ਕਰਦੇ ਜਿੰਨੇ ਵੀ ਸਾਰੇ ਕਸਟਮਰ ਸਾਡੇ ਕੋਈ ਡੈਟ ਨਹੀਂ ਲਿਓ। ਸੋ ਜਦੋਂ ਤੁਸੀਂ ਪਲਾਨ ਬਣਾਉਂਦੇ ਨਾ, ਫਿਰ ਇਟਸ ਜਸਟ ਲਾਈਕ ਤੁਸੀਂ ਬੈਟਰ ਫਿਊਚਰ ਲਈ ਬੈਟਰ ਹੁੰਦੇ ਆ ਨਾ, that's the trick। ਬਟ ਪਲਾਨ ਵੀ ਦੱਸ ਸਕਦੇ, ਅਸੀਂ ਸ਼ੇਅਰ ਵੀ ਕਰ ਸਕਦੇ, ਅਸੀਂ ਦੀ ਹਾਈਡ ਨਹੀਂ ਕੁਛ ਕਰਨਾ, ਵੀ ਅਸੀਂ ਇੱਥੇ TV ਤੇ ਵੀ ਕਹਿ ਸਕਦੇ ਕਿੱਦਾਂ ਪਲਾਨਿੰਗ ਕਰਨੀ। ਸੋ ਜਿਹੜਾ ਸਾਡਾ ਪਲਾਨ ਹੁੰਦਾ ਵਾ, ਜਦੋਂ ਸਾਨੂੰ ਪਹਿਲਾਂ ਕੋਈ ਆ ਕੇ ਮਿਲਦਾ ਵਾ, ਅਸੀਂ ਸਮਝਾਉਂਦੇ ਆ ਵੀ ਬੇਸਿਕਸ ਤੁਹਾਨੂੰ ਹਰੇਕ ਬੰਦੇ ਨੂੰ ਇਸ ਦੁਨੀਆ ਦੇ ਵਿੱਚ ਜੋ ਬੇਸਿਕਸ ਕਰਨੇ ਚਾਹੀਦੇ ਉਹ ਆ। ਤੇ ਫਿਰ ਕਿਉਂਕਿ ਜ਼ਿਆਦਾ ਟਾਈਮ ਸਾਰੇ ਲੋਕਾਂ ਨੂੰ ਹੁੰਦਾ ਵਾ ਵੀ ਅਸੀਂ ਦਵਾ ਛੱਡ ਪੈਸਾ ਬਣਾ ਲਈਏ, ਜਿੱਦਾਂ ਗੋਰਿਆਂ ਦੀ ਕਹਾਵਤ ਨਹੀਂ ਕਿ ਤੁਰਨ ਤੋਂ ਪਹਿਲਾਂ ਨੱਠਣ ਲੱਗ ਜਾਂਦੇ ਆ। ਤੇ ਸਭ ਤੋਂ ਜ਼ਰੂਰੀ ਹੈ ਜਿਹੜਾ ਤੁਹਾਡਾ ਬੇਸ ਆ ਉਹ ਸਟਰੋਂਗ ਹੋਵੇ।
ਤੇ ਜਦੋਂ ਬੇਸ ਸਟਰੋਂਗ ਹੋ ਗਿਆ ਵਾ ਫਿਰ ਹਰੇਕ ਤੁਹਾਡੀ ਜ਼ਿੰਦਗੀ ਦੀ ਜਿਹੜੀ ਪਾਥ ਆ 5 ਸਟੇਜ ਹੁੰਦੇ ਆ ਉਹਨਾਂ 5 ਸਟੇਜਾਂ ਦੇ ਵਿੱਚ ਤੁਸੀਂ ਸਾਰਾ ਕੁਝ ਅੱਜ ਨਹੀਂ ਕਰਨਾ ਅੱਜ ਬੇਸਿਕ ਸ਼ੁਰੂ ਕਰੋ ਨੈਕਸਟ ਤੁਸੀਂ ਆਹ ਲੈਵਲ ਕਰੋ ਇਸ ਤਰ੍ਹਾਂ ਲੈਵਲ ਆ ਸੋ ਪਹਿਲਾਂ ਸ਼ੁਰੂ ਹੁੰਦਾ ਜਿੱਦਾਂ ਸੇਵਿੰਗਸ ਦਾ ਬਜਟਿੰਗ ਦਾ ਵੀ ਜੋ ਤੁਹਾਡਾ ਪੈਸਾ ਆ ਰਿਹਾ ਤੁਸੀਂ ਪਹਿਲਾਂ ਉਹਨੂੰ ਸਾਂਭ ਰਹੇ ਆ ਹੈ ਨਾ ਜੇ ਤੁਸੀਂ ਉਹਨੂੰ ਸਾਂਭੋਗੇ ਤੁਸੀਂ ਫਿਰ ਨੈਕਸਟ ਸਟੇਜ 'ਤੇ ਜਾ ਸਕਦੇ ਆ ਨੈਕਸਟ ਸਟੇਜ ਉਹ ਪੈਸੇ ਨੂੰ ਬਣਾਉਣਾ ਕਿੱਦਾਂ ਵਾ ਸੋ ਬਿਜ਼ਨਸ ਆ ਕੰਮ ਆ ਜਿਵੇਂ ਤੁਸੀਂ ਪ੍ਰੋਪਰਟੀ ਵਿੱਚ ਇਨਵੈਸਟ ਕਰ ਸਕਦੇ ਆ ਇਹ ਸਾਰੇ ਲੈਵਲ ਆ ਤੇ ਜਦੋਂ ਉਦੋਂ ਬਾਅਦ ਤੁਸੀਂ ਜਾਂਦੇ ਆ ਫਿਰ ਤੁਸੀਂ ਸੋਚਣਾ ਹੁਣ ਪੈਸਾ ਜਦੋਂ ਅਸੀਂ ਬਣਾ ਲਿਆ ਵਾ ਲਾ ਲਓ 20 ਸਾਲਾਂ ਦੇ ਵਿੱਚ ਅਸੀਂ ਉਹ ਪੈਸੇ ਨੂੰ ਸਾਂਭਣਾ ਕਿੱਦਾਂ ਵਾ ਗਾਂ ਤੇ ਜਨਰੇਸ਼ਨ ਨੂੰ ਦੇਣਾ ਕਿੱਦਾਂ ਵਾ ਸੋ ਬੇਸਿਕਲੀ ਸਟਾਰਟਿੰਗ ਆ ਬੇਸਿਸ ਫਿਰ ਉਦੋਂ ਬਾਅਦ ਪ੍ਰੋਟੈਕਸ਼ਨ ਤੁਸੀਂ ਆਪਣੇ ਪਰਿਵਾਰ ਨੂੰ ਪ੍ਰੋਟੈਕਟ ਕਰਨਾ ਕਿਉਂਕਿ ਅਸੀਂ ਸਾਰੇ ਸੋਚਦੇ ਵੀ ਸਾਨੂੰ ਕੁਝ ਨਹੀਂ ਹੋਣਾ ਪਰ ਕੋਵਿਡ ਨੇ ਸਾਨੂੰ ਸਿਖਾਇਆ ਵਾ ਵੀ ਕੋਈ ਵੀ ਬੰਦਾ ਕਿਸੇ ਵੀ ਬੰਦੇ ਨੂੰ ਕੁਝ ਵੀ ਹੋ ਸਕਦਾ ਕਿਸੇ ਟਾਈਮ ਤੇ ਆਪਾਂ ਸੋਚਦੇ ਵੀ ਅਸੀਂ ਯੰਗ ਆ ਸਾਨੂੰ ਜ਼ਰੂਰਤ ਨਹੀਂ ਕਿ ਅਸੀਂ ਕੰਮ ਤੇ ਜਾਂਦੇ ਸਿਕਿਉਰ ਆ ਸੋ ਇਹ ਬੇਸ ਹੁੰਦਾ ਤੁਹਾਡਾ ਵੀ ਪਹਿਲਾਂ ਸੇਵਿੰਗਸ ਪ੍ਰੋਟੈਕਟ ਕਰੋ ਸੋ ਜਿਵੇਂ ਸਪੈਸ਼ਲੀ ਆਪਣੇ ਕਲਚਰ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਇੰਸ਼ੋਰੈਂਸ ਲੈਂਦੇ ਨਹੀਂ ਲਾਈਫ ਇੰਸ਼ੋਰੈਂਸ ਆ ਹੈਲਥ ਇੰਸ਼ੋਰੈਂਸ ਆਪਾਂ ਸੋਚਦੇ ਇਹਨਾਂ ਦੀ ਕੀ ਲੋੜ ਆ ਕਿਉਂਕਿ ਆਪਾਂ ਨੂੰ ਪੈਸਾ ਜਾਂਦਾ ਦਿੰਦਾ ਹੈ ਨਾ ਜਦੋਂ ਆਉਣਾ ਪੈਸਾ ਉਹ ਤੁਹਾਡੇ ਗਏ ਤੋਂ ਬਾਅਦ ਆਉਣਾ ਸਪੈਸ਼ਲੀ ਲਾਈਫ ਇੰਸ਼ੋਰੈਂਸ ਉਹ ਤੁਸੀਂ ਆਪਣੀ ਫੈਮਿਲੀ ਲਈ ਕਰ ਰਹੇ ਆ ਸੋ ਕਈ ਵਾਰੀ ਉਹਦੇ ਵਿੱਚ ਨਾ ਜੇ ਆਪਣੀ ਸੋਚ ਆਪਾਂ ਨੂੰ ਘੁਮਾਉਣੀ ਪੈਂਦੀ ਆ ਵੀ ਜੇ ਕੱਲ੍ਹ ਨੂੰ ਮੈਨੂੰ ਕੁਝ ਹੋ ਗਿਆ ਤੇ ਮੇਰੇ ਪਰਿਵਾਰ ਨੂੰ ਕੀ ਹੋਊਗਾ ਕਿਉਂਕਿ ਇਸੇ ਤੁਸੀਂ ਮੇਨ ਮਨੀ ਤੁਹਾਡੀ ਮੇਨ ਤੁਸੀਂ ਇਨਕਮ ਪ੍ਰੋਵਾਈਡਰ ਹੈ ਘਰ ਦੇ ਵਿੱਚ ਹੈ ਨਾ ਜੇ ਤੁਹਾਨੂੰ ਕੁਝ ਹੋ ਗਿਆ ਤੁਹਾਡੇ ਪਰਿਵਾਰ ਦੀ ਇਨਕਮ ਤੇ ਚਲ ਗਈ ਵੀ ਉਦੋਂ ਬਾਅਦ ਤੁਹਾਡਾ ਕੀ ਹੋਣਾ ਵਾ ਤੁਸੀਂ ਕੀ ਹੋਊਗਾ ਉਹ ਆਪਾਂ ਨੂੰ ਸੋਚਣਾ ਪੈਂਦਾ ਸੋ ਮਾਈਂਡ ਸੈਟ ਬਦਲਣਾ ਪੈਂਦਾ ਵਾ ਵੀ ਆਪਾਂ ਪ੍ਰੋਟੈਕਟ ਕਰਨਾ ਆਪਣੀ ਫੈਮਿਲੀ ਨੂੰ ਤੇ ਉਦੋਂ ਬਾਅਦ ਜਿਹੜਾ ਸਟੇਜ ਆਫ ਬਿਲਡ ਵੈਲਥ ਆ ਫਿਰ ਰਿਟਾਇਰਮੈਂਟ ਆ ਤੇ ਫਿਰ ਇਨਹੈਰੀਟੈਂਸ ਟੈਕਸ ਪਲਾਨਿੰਗ ਵੀ ਤਦ ਤੋਂ ਬਾਅਦ ਜਿਹੜਾ ਤੁਸੀਂ ਪੈਸਾ ਬਣਾਇਆ ਵਾ ਉਹ ਕਿੱਦਾਂ ਬੱਚਿਆਂ ਨੂੰ ਜਾਣਾ ਵਾ ਟੈਕਸ ਘਟਾ ਕੇ ਵੀ ਗੌਰਮੈਂਟ ਨੂੰ ਸਾਰਾ 40% ਇਨਹੈਰੀਟੈਂਸ ਟੈਕਸ ਨਾ ਚੱਲ ਜਾਵੇ ਸੋ ਇਹ 5 ਸਟੇਜਿਸ ਆ ਸੋ ਸਾਡੇ ਜਿਹੜਾ ਵੀ ਕਲਾਇੰਟ ਹੈ ਜਿੰਨਾ ਵੀ ਅਸੀਂ ਬੈਠੀ ਦਾ ਵਾ ਅਸੀਂ ਇਹ 5 ਸਟੇਜ ਬੋਟਮ ਸਟੇਜ ਤੋਂ ਸ਼ੁਰੂ ਹੋਈਦਾ ਕਈ ਵੀ ਸਾਡੇ ਕੋਲ ਕਲਾਇੰਟ ਆਉਂਦੇ ਉਹਨਾਂ ਨੇ ਪਹਿਲੇ 2 ਸਟੇਜ ਕੀਤੇ ਹੁੰਦੇ ਆ ਉਹਨਾਂ ਨੂੰ ਸੇਵਿੰਗਸ ਦਾ ਪਤਾ ਵਾ ਉਹਨਾਂ ਨੇ ਆਪਣੀ ਪ੍ਰੋਟੈਕਸ਼ਨ ਕੀਤੀ ਹੁੰਦੀ ਐਕਚੁਅਲੀ ਉਹਨਾਂ ਨੇ ਪ੍ਰੋਪਰਟੀ ਪੋਰਟਫੋਲੀਓ ਬਣਾਉਣੀ ਆ ਜਾਂ ਬਿਜ਼ਨਸ ਖੋਲ੍ਹਣਾ ਵਾ ਫਿਰ ਅਸੀਂ ਉਹ ਸਟੇਜ 'ਤੇ ਕਰੂੰਗੇ ਕੰਮ ਸੋ ਇੱਕ ਕਾਫੀ ਜਿਹੜੀ ਪਲੈਨਿੰਗ ਆਈ ਥਿੰਕ ਪਲੈਨਿੰਗ ਤਾਂ ਹਰ ਚੀਜ਼ ਲਈ ਐਜ਼ ਹਰਪ੍ਰੀਤ ਜੀ ਨੇ ਮੈਂਸ਼ਨ ਕੀਤਾ ਵੀ ਪਲੈਨਿੰਗ ਜਿਹੜੀ ਆ ਉਹ ਤਾਂ ਆਪਾਂ ਕਿਤੇ ਜਾਣਾ ਹੋਏ ਉਹਦੇ ਵੀ ਅਸੀਂ ਪਲੈਨਿੰਗ ਕਰਦੇ ਆ ਵੀ ਰਸਤੇ 'ਚ ਇਹ ਸਾਨੂੰ ਡਿਫਿਕਲਟ ਆਣੀ ਹੋ ਸਕਦੀ ਹੈ ਵੀ ਇਹ ਡਿਫਿਕਲਟੀ ਆਏ ਤੇ ਸੋ ਕਿ ਤੁਸੀਂ ਬਹੁਤ ਇੱਕ ਵਧੀਆ ਗੱਲ ਕੀਤੀ ਵੀ ਜਿਹੜੀ ਹੈਗੀ ਹੈ ਸਾਨੂੰ ਸਟੈਪ ਬਾਈ ਸਟੈਪ ਚੱਲਣਾ ਚਾਹੀਦਾ ਜਦੋਂ ਅਸੀਂ ਕਈ ਵਾਰੀ ਇਹ ਨਹੀਂ ਸੋਚਣਾ ਵੀ ਇੱਕਦਮ ਸਾਡੇ ਕੋਲ ਵੈਲਥ ਆ ਜਾਏ ਪੈਸੇ ਆ ਜਾਣ ਤੇ ਅਸੀਂ ਇੱਕਦਮ ਸਪੈਂਡ ਕਰ ਦਈਏ ਉਹਨੂੰ ਸੋਚ ਸਮਝ ਕੇ ਕਿਸ ਤਰੀਕੇ ਦੇ ਨਾਲ ਸਟੈਪ ਬਾਈ ਸਟੈਪ ਅਸੀਂ ਉਹਨੂੰ ਫੋਰਵਰਡ ਲੈ ਕੇ ਜਾਣਾ ਤਾਂ ਕਿ ਸਾਨੂੰ ਜਿੱਦਾਂ ਕਿ ਸਰਟਨ ਕੇਸਿਸ ਦੇ ਵਿੱਚ ਹੋ ਜਾਂਦਾ ਹੈ ਵੀ ਇੱਕਦਮ ਪੈਸੇ ਸਪੈਂਡ ਕਰ ਲਏ ਤੇ ਸਾਡੀ ਇਨਕਮ ਜਿਹੜੀ ਹੈ ਕੋਈ ਵਾਪਸ ਨਹੀਂ ਆ ਰਹੀ ਹੁੰਦੀ ਐਂਡ ਦੈਨ ਵੀ ਲੋਸਟ ਫਰਮ ਬੋਥ ਸਾਈਡ ਇਹ ਹੋ ਜਾਂਦਾ ਤੇ ਤੁਸੀਂ ਜਦੋਂ ਆਪਣੇ ਕਲਾਇੰਟ ਨੂੰ ਕੋਈ ਟੈਸਟਮਨੀ ਹੈਗੀ ਹੈ ਜਿੱਥੇ ਤੁਸੀਂ ਇੱਦਾਂ ਹੈਲਪ ਕੀਤੀ ਹੋਏ ਕਿਸੇ ਦੀ ਵੇਰ ਤੁਸੀਂ ਦੱਸ ਸਕੋ ਸਾਡੇ ਵਿਊਅਰਸ ਨੂੰ ਵੀ ਇਸ ਤਰੀਕੇ ਦੇ ਨਾਲ ਉਹ ਆਏ ਸੀ ਤੁਹਾਡੇ ਕੋਲ ਪੈਸੇ ਲੈ ਕੇ ਹਾਊ ਡਿਡ ਯੂ ਹੈਲਪ them ਜਿੰਨੇ ਵੀ ਕਸਟਮਰ ਆਉਂਦੇ ਨੇ ਲਾਈਕ ਸੁਖੀ ਸੈਡ ਐਵਰੀ ਸਿੰਗਲ ਕਸਟਮਰ ਡਜ਼ਨਟ ਮੈਟਰ ਕੋਈ ਵੀ ਇਨਕਮ ਕੋਈ ਵੀ ਸਟੇਟਸ ਕੁਛ ਵੀ ਦੱਸਦੇ ਨੇ ਐਵਰੀਬਡੀ ਹੈਜ਼ ਟੂ ਗੋ ਟੂ ਦ ਬੋਟਮ ਐਵਰੀਬਡੀ ਹੈਜ਼ ਟੂ ਸਾਰਿਆਂ ਦਾ ਪ੍ਰੋਸੀਜਰ ਸੇਮ ਹੈ ਸਾਰੇ ਬੋਟਮ ਸਟਾਰਟ ਕਰਦੇ ਤੁਸੀਂ ਦੱਸੋ ਤੁਸੀਂ ਤੁਹਾਡੀ ਸੇਵਿੰਗ ਸਟ੍ਰੈਟਜੀ ਕੀ ਹੈ ਤੁਹਾਡੀ ਕੈਸ਼ ਫਲੋ ਕਿੱਦਾਂ ਤੁਸੀਂ ਮੈਨੇਜ ਕਰਦੇ ਐਂਡ ਸਾਡੀ ਐਡਵਾਈਸ ਹੈ ਲਾਈਕ ਮਨੀ ਕਮਸ ਇਨ ਤੁਸੀਂ 2-3 ਅਕਾਊਂਟ ਸੈਟਅਪ ਕਰ ਲਓ ਹੁਣ ਤੁਸੀਂ ਕਈ ਕਸਟਮਰ ਕਾਫੀ ਇਨਕਮ ਕਮਾਉਂਦੇ ਆ ਬਟ ਦੇ ਸਪੈਂਡਿੰਗ ਜਸਟ ਐਜ਼ ਮਚ ਐਜ਼ ਦੇ ਮੇਕ ਇਨ ਨਾ ਜਿੰਨੇ ਪੈਸੇ ਕਮਾਉਂਦੇ ਆ ਵੀ ਇੰਨੇ ਕੁ ਸਪੈਂਡ ਕਰਦੇ ਆ ਫਿਰ ਉਹ ਵੀ ਪ੍ਰੋਪਰ ਡਿਟੇਲ ਨਾਲ ਅਸੀਂ ਸਾਰਾ ਕੁਝ ਦੇਖਦੇ ਆ ਹਾਂ ਸਾਡੀ ਇਹੀ ਐਡਵਾਈਸ ਹੈ ਸਾਰਿਆਂ ਨੂੰ ਇਹੀ ਐਡਵਾਈਸ ਹੈ ਤੁਸੀਂ ਸਭ ਤੋਂ ਇੰਪੋਰਟੈਂਟ ਚੀਜ਼ ਆ ਬਜਟਿੰਗ ਐਂਡ ਉਹੀ ਸਾਡੀ ਤੁਸੀਂ ਪੁੱਛਦੇ ਸੀ ਸਾਡੇ ਟੈਸਟਮਨੀਜ਼ ਦੇ ਪ੍ਰੋਬਬਲੀ ਦ ਬੈਸਟ ਟੈਸਟਮਨੀਜ਼ ਜਿਹੜੇ ਇੱਕ ਕਸਟਮਰ ਅਸੀਂ ਐਕਸਪਲੇਨ ਕੀਤਾ ਇੰਨੇ ਕੁ ਤੁਸੀਂ ਸੇਵ ਕਰੋ ਪ੍ਰੈਕਟਿਸ ਕਰੋ ਇੰਨੇ ਕੁ ਪੈਸੇ ਆਉਂਦੇ ਆ ਹੁਣ ਤੁਸੀਂ 2-3 ਸੈਪਰੇਟ ਅਕਾਊਂਟ ਖੋਲ ਕੇ ਲਾਈਕ ਵੀ ਸਾਡੀ ਐਡਵਾਈਸ ਮੈਂ ਦੱਸ ਦਿੰਦਾ ਸਾਰੇ ਨੂੰ ਇਟਸ ਬੀ ਈਜ਼ੀ ਪ੍ਰੋਬਬਲੀ ਟੂ ਟੈਲ ਯੂ ਵਿਦ ਐਗਜ਼ਾਮਪਲ ਹੈ ਨਾ ਸੋ ਮਨੀ ਕਮਸ ਇਨ ਹੁਣ ਅਸੀਂ ਇਹ ਰეკਮੈਂਡ ਕਰਦੇ ਤੁਸੀਂ ਇੱਕ ਅਕਾਊਂਟ ਖੋਲੋ ਇਨਕਮ ਪਾਓ ਉਹਦੇ ਸਾਰੇ 'ਚ ਫਿਰ ਹੁਣ ਤੁਸੀਂ ਪਿਛਲੇ ਸਾਲ ਦੇ ਸੋਚੋ ਕਿੰਨੇ ਪੈਸੇ ਲੱਗੇ ਸਾਡੇ ਹਾਊਸ ਮੋਰਗੇਜ ਕਾਊਂਸਲ ਟੈਕਸ ਗੈਸ ਬਿਲਸ ਐਵਰੀਥਿੰਗ 40% ਲੱਗੇ ਜਿੰਨੇ ਪੈਸੇ ਆਏ 40% ਸਪੈਂਡ ਕਰ ਲਏ ਸਭ ਤੋਂ ਇੰਪੋਰਟੈਂਟ ਐਡਵਾਈਸ ਇਹ ਹੈ ਇਫ ਜਿੰਨੇ ਪੈਸੇ ਤੁਹਾਡੇ ਬੈਂਕ ਅਕਾਊਂਟ ਤੁਸੀਂ ਸਪੈਂਡ ਕਰ ਲੈਣਾ ਦੱਸ ਸੋ ਇੱਕ ਚੀਜ਼ ਹੈ ਹੁਣ ਤੁਸੀਂ ਸੋਚ ਲਓ ਮੋਰਗੇਜ ਤੁਸੀਂ 99% ਪੀਪਲ ਕਦੇ ਵੀ ਨਹੀਂ ਮਿਸ ਕਰਦੇ ਮੋਰਗੇਜ ਪੇਮੈਂਟਸ ਐਵਰ ਪਰ ਤੁਸੀਂ ਆਪ ਵਾਲੇ ਕੋਈ ਡਾਇਰੈਕਟ ਡੈਬਿਟ ਰੱਖਦੇ ਆ ਜਾਂ ਤੁਸੀਂ ਆਪਣੇ ਵਾਸਤੇ ਇਨਵੈਸਟ ਕਰਦੇ ਕਦੇ ਵੀ ਨਾ ਅਸੀਂ ਸਾਰਿਆਂ ਨੂੰ ਸਕਾਈ
ਕੰਪਨੀਆਂ ਨੂੰ ਐਵਰੀ ਕੰਪਨੀ ਨੂੰ ਡਾਇਰੈਕਟ ਡੈਬਿਟ ਸੈਟਅਪ ਕਰ ਦਿੰਦੇ ਪਰ ਆਪਣੇ ਆਪ ਵਾਸਤੇ ਕੋਈ ਨਹੀਂ ਸੈਟਅਪ ਕਰਦੇ ਸੋ ਸਾਡੀ ਐਡਵਾਈਸ ਇਹ ਆ ਇੱਕ ਅਕਾਊਂਟ ਖੋਲੋ ਇਨਕਮ ਅਕਾਊਂਟ ਉੱਤੇ ਸਾਰੇ ਜਿੰਨੇ ਵੀ ਇਨਕਮ ਆ ਉਹਦੇ 'ਚ ਪਾਓ ਫਿਰ ਸੈਪਰੇਟ ਹਾਊਸ ਅਕਾਊਂਟ ਖੋਲੋ ਉੱਥੇ ਮੌਰਗੇਜ ਕਾਉਂਸਟਰ ਜਿੰਨੇ ਵੀ ਹਾਊਸ ਐਕਸਪੈਂਸਿਸ ਆ ਪਿਛਲੇ ਸਾਲ ਰਿਸਰਚ ਕਰਕੇ ਦੇਖ ਲਓ ਤੁਸੀਂ ਫਿਰ ਸੈਟਅਪ ਕਰੋ ਆਪਣੇ ਹੌਲੀਡੇ ਅਕਾਊਂਟ ਆਪਣੇ ਬੱਚੇ ਵਾਸਤੇ ਐਜੂਕੇਸ਼ਨ ਅਕਾਊਂਟ अपने शॉर्ट टर्म सेविंग्स अकाउंट जे जैसे मैंशन करते कोविड दा इफ यू गॉट 3 मंथ जे ਤੁਹਾਡੇ ਕੋਲ 3 मंथ सेविंग्स इन द सेविंग्स अकाउंट 3 मंथ्स wages सॉरी 3 महीने ਦੇ wages ਤੁਸੀਂ ਪਾਓ ਅਕਾਊਂਟ 'ਚ ਫਿਰ ਜੇ ਕੋਈ ਕੋਵਿਡ ਹੋ ਗਿਆ ਜੇ ਕੋਈ ਜੌਬ ਦੀ ਪ੍ਰੋਬਲਮ ਹੋ ਗਈ ਦੈਨ ਥੋੜੀ ਪ੍ਰੈਸ਼ਰ ਨਹੀਂ ਹੁੰਦਾ ਕਿਉਂਕਿ ਜਦੋਂ ਫਾਈਨੈਂਸ਼ੀਅਲ ਪ੍ਰੈਸ਼ਰ ਹੁੰਦਾ ਸਭ ਤੋਂ ਵਰਸਟ ਟਾਈਮ ਹੈ ਤੁਸੀਂ ਡਿਸੀਜਨ ਬਣਾਉਣ ਦਾ ਤੁਹਾਡੀ ਇੱਕਦਮ ਗੱਲ ਸਹੀ ਹੈ 100% ਬਿਗੇਸਟ ਕੁਐਸਚਨ ਬਿਗੇਸਟ ਐਡਵਾਈਸ ਸਾਡੀ ਕੰਪਨੀ ਕਰਦੇ ਆ ਇਜ਼ ਹੈਲਪ ਪੀਪਲ ਡਿਊਰਿੰਗ ਡਿਫਿਕਲਟ decision making मैं ਇਹ ਵੀ ਦੇਖਿਆ ਹਰਪ੍ਰੀਤ ਜੀ ਕਿ ਆਪਾਂ ਕਹਿੰਦੇ ਵੀ ਵੀ ਸ਼ੁੱਡ ਸੇਵ ਫॉर ਆਵਰ ਰੇਨੀ ਡੇਜ਼ ਬਟ ਆਈ ਥਿੰਕ ਵੀ ਸ਼ੁੱਡ ਸੇਵ ਫॉर ਆਵਰ ਗੁੱਡ ਡੇਜ਼ ਇਸ ਵੈਲ ਕਿਉਂਕਿ ਸਾਡੇ ਹੁਣ ਕਲਚਰ ਦੇ ਵਿੱਚ ਜਦੋਂ ਵੈਡਿੰਗਸ ਹੋ ਗਈਆਂ ਸਰਟਨ ਓਕੇਸ਼ਨ ਹੁੰਦੇ ਆ ਸਡਨਲੀ ਸਾਨੂੰ ਲੋਨ ਲੈਣਾ ਪੈਂਦਾ ਹੈ ਉਹੀ ਅਗਰ ਅਸੀਂ ਗੁੱਡ ਡੇਜ਼ ਲਈ ਸੇਵ ਕੀਤੇ ਆ ਹਨਾ ਵਾਈ ਅਸੀਂ ਕਦੋਂ ਨਹੀਂ ਸੇਵ ਕਰਦੇ ਅਸੀਂ ਗੁੱਡ ਡੇਜ਼ ਲਈ ਐਂਡ ਲੌਂਗ ਟਰਮ ਮੀਡੀਅਮ ਟਰਮ ਲਈ ਆਪ ਸੋਚੇ ਕਦੇ ਨਹੀਂ ਮੈਨੂੰ ਤੇ ਪਤਾ ਨਹੀਂ ਮੈਂ ਤੁਹਾਨੂੰ ਤਾਂ ਹੀ ਬੁਲਾਇਆ ਕਿਉਂਕਿ ਸਾਡੀ ਵਾਈ ਸਟਰੋਂਗ ਇਨਫ ਨਹੀਂ ਜੀ we got to have a good why we got to have really good ਜਿੱਦਾਂ ਵੀ ਪ੍ਰੋਪਰਲੀ ਕਿਸੇ ਨੇ ਕਹਿਣਾ ਪੈਣਾ ਲਾਈਕ ਮੀ ਕਮ ਔਨ ਸੋਚ ਲਓ ਆਪੇ ਤੁਹਾਡੀ ਇੱਦਾਂ ਦੀ ਰਿਟਾਇਰਮੈਂਟ ਹੋ ਸਕਦੀ ਆ ਤੁਸੀਂ ਇੰਡੀਆ ਕੋਠੀ ਬਣਾ ਸਕਦੇ ਆ ਤੁਸੀਂ ਕੋਈ ਵੈਡਿੰਗ ਰੀਲੀ ਨਾਈਸ ਕਰ ਸਕਦੇ ਕਿਸੇ ਨੇ ਐਕਸਪਲੇਨ ਕਰਨੀ ਪੈਣੀ ਹੈ and ਤੁਸੀਂ ਆਪ ਖੁਦ ਸੋਚਣਾ ਪੈਣਾ that's really what I want to do ਕਿਉਂਕਿ ਦੇਖ ਲਾ ਜੇ ਤੁਸੀਂ ਅਸੀਂ ਨਹੀਂ ਕਰਦੇ ਤੁਸੀਂ ਆਪ ਨਹੀਂ ਖੁਦ ਸੋਚਦੇ ਆ ਫਿਰ ਤੁਸੀਂ ਟੀਵੀ ਨਹੀਂ ਕੰਟਰੋਲ ਕਰਨਾ ਇੰਸਟਾਗ੍ਰਾਮ ਫੇਸਬੁੱਕ ਸਭ ਸੋਸ਼ਲ ਮੀਡੀਆ ਕੰਟਰੋਲ ਆ ਤੁਸੀਂ ਗੱਡੀ ਲੈ ਲੈਣੀ ਕਾਰ ਵਧੀਆ ਲੈ ਲੈਣਾ ਕੱਪੜੇ ਬਦਲੇ ਲੈਣੇ which is fine ਸਾਡੀ ਕੋਈ ਪ੍ਰੋਬਲਮ ਨਹੀਂ ਜਿੱਦਾਂ ਵਧੀਆ ਕੱਪੜੇ ਲੈ that's fine but ਆਪਣੇ ਆਪ ਨੂੰ ਥੋੜਾ ਵੀ ਅੱਗੇ ਲੌਂਗ ਟਰਮ ਲਈ ਸੋਚਣਾ ਚਾਹੀਦਾ ਨਾ you got to have a really good why really strong ਹੈ ਨਾ ਜਿੱਦਾਂ ਅਸੀਂ ਕਸਟਮਰ ਨੂੰ ਕਹਿੰਦੇ ਆ ਜਦੋਂ ਤੁਸੀਂ ਖਰੀਦਦੇ ਕੁਛ ਜਿੱਦਾਂ ਅਸੀਂ ਬੋਤਲ ਖਰੀਦਣਾ ਨਾ ਇਸ £1 but shop ne kehta oh it's okay pa you can pay over 10 months 10 pence a copy but or 10 pence ਅਸੀਂ ਦੇ ਦੇਣਾ 10 ਮਹੀਨੇ ਲਈ but enjoyment ਹੁੰਦਾ first day ਜਦੋਂ ਅਸੀਂ ਖਰੀਦਦੇ ਆ ਸਮਝ ਆਇਆ ਨਾ so ਖਰੀਦੋ ਚੀਜ਼ਾਂ credit try not to do any credit because ਤੁਸੀਂ ਆਪ ਖੁਦ ਸੋਚੋ the enjoyment is on the day you buy it so just try to think like that in the future ਅੱਗੇ ਜਾ ਕੇ ਸਾਡੀ ਇੰਜੋਇਮੈਂਟ ਹੋ ਜੀ ਅਸੀਂ ਵੈਡਿੰਗ ਕਰਦੇ ਕੋਈ ਡੈਟ ਨਹੀਂ ਹੋਣੀ ਸਾਡੇ ਅਸੀਂ ਕੈਸ਼ ਨਾਲ ਕਰ ਲੈਣਾ ਵਧੀਆ ਵਿਆਹ ਅਸੀਂ ਕੈਸ਼ ਨਾਲ ਕੋਠੀ ਬਣਾ ਦੇਣਾ ਪੰਜਾਬ 'ਚ ਅਸੀਂ ਕੋਈ ਚੈਰਿਟੀ ਨੂੰ ਦੇ ਦੇਣੇ ਪੈਸੇ ਕੈਸ਼ and it's like you have to try and ਥੋੜਾ ਆਪਣੇ ਆਪ ਨੂੰ ਥੋੜੀ ਐਜੂਕੇਟ ਕਰਨਾ ਚਾਹੀਦਾ little bit ਹੌਲੀ ਹੌਲੀ ਜਿੰਨਾ ਕਰ ਸਕਦੇ ਨਾ ਸਹੀ ਗੱਲ ਹੈ ਹਰਪ੍ਰੀਤ ਜੀ ਬਿਕੋਜ਼ ਹੁਣ ਅੱਜ ਅਸੀਂ ਜਿਹੜੇ ਪੈਸੇ ਪੇ ਕਰਕੇ ਚੀਜ਼ ਆਪਣੇ ਕੋਲ ਆ ਗਈ ਹੈ ਸਾਡੇ ਕੋਲ ਦੈਟਸ ਆਵਰਸ ਪਰ 10 ਮਹੀਨੇ ਦਾ ਜਿਹੜਾ ਟਾਈਮ ਹੈ ਵੀ ਡੋਨਟ ਨੋ ਕਿ ਅਸੀਂ ਕਿਸ ਤਰੀਕੇ ਦੇ ਨਾਲ ਸਟੈਂਡ ਹੋਣਾ ਸਾਡੀ ਗਾਂ ਜਿਹੜੀ ਹੈਗੀ ਹੈ ਸਾਡੇ ਕੋਲ ਜੌਬ ਹੋਣੀ ਹੈ ਕੋਈ ਇਲਨੈਸ ਆ ਸਕਦੀ ਹੈ ਕੋਈ ਸਰਟਨ ਕ੍ਰਾਈਟੇਰੀਆ ਹੋ ਸਕਦਾ ਜਿਹਦੇ ਕਰਕੇ ਸਾਨੂੰ ਉਹ ਕੰਮ ਛੱਡਣਾ ਪਏ ਜਾਂ ਇੱਦਾਂ ਵੀ ਭੈਣ ਜੀ ਵੀ ਪ੍ਰੈਸ਼ਰ ਪੈ ਜਾਂਦਾ ਸਪੈਸ਼ਲੀ ਮੈਂ ਮੇਲ ਵਾਸਤੇ ਗੱਲ ਕਰਨਾ ਮੇਲ ਨੂੰ ਤਾਂ ਜ਼ਿਆਦਾ ਪ੍ਰੈਸ਼ਰ ਪੈ ਜਾਣਾ ਲਾਈਕ ਇੱਕ ਡਾਇਰੈਕਟ ਡੈਬਿਟ ਇੱਕ ਹੋਰ ਲੋਨ ਇੱਕ ਹੋਰ ਹੌਲੀਡੇ ਦਾ ਲੋਨ ਇੱਕ ਹੋਰ ਤੁਸੀਂ ਜਿੰਨੇ ਜ਼ਿਆਦਾ ਲੋਨ ਕਰੀ ਜਾਂਦੇ ਆਪ ਸੋਚ ਲਓ ਆਪਣੇ ਬੈਂਕ 'ਚ ਦੇਖ ਲਓ ਤੁਸੀਂ ਕਿੰਨੇ ਪੈਸੇ ਕਮਾਉਂਦੇ ਕਿੰਨਾ ਨਿਕਲ ਜਾਂਦਾ ਫॉर ਪਾਸਟ ਪਰਚੇਸਿਸ ਇੱਦਾਂ ਨਾ ਮੈਂ ਕਹਿੰਦਾ ਗੁੱਸਾ ਕਰੋ ਡੋਂਟ ਪੇ ਯੂਰ ਡੈਟਸ ਗੁੱਡ ਪਿਆਰ ਨਾਲ ਪੈਸੇ ਦਿਓ ਤੁਸੀਂ ਆਪ ਇੰਜੋਏ ਕਰ ਲਿਆ ਆਪਣੀ ਚੀਜ਼ਾਂ you bought them from 3 years ago 2 years ago one good but try to limit them if you can imagine a life सोच लो आप पे कोई mortgage नहीं कोई debt नहीं nothing it's like nobody else freedom किसी ने financial freedom में कोई गाल नहीं करनी टीवी ते why because कंपनी ने पैसे बनाना नहीं nobody's going to make money mentally relaxation a lot when you don't have anything to pay है ना ताड़ा जिदा नाले ਆਪਾਂ ਹਰਪ੍ਰੀਤ ਜੀ ਇਹ ਹੈਗਾ ਕਿ ਆਪਣੀ ਏਸ਼ੀਅਨ ਕਮਿਊਨਿਟੀ ਦੇ ਵਿੱਚ ਵੀ ਐਕਸਪੈਕਟ ਲੋਟ ਫਰਮ ਮੈਨਸ ਕਿ ਵੀ ਉਹ ਮੌਰਗੇਜ ਪੇ ਕਰੇਗਾ ਉਹ ਕੰਮ ਕਰਦਾ ਉਹਦੇ ਤੇ ਅਸੀਂ ਡਿਪੈਂਡ ਹੁੰਦੇ ਆ ਇੱਕ ਭਾਵੇਂ ਆਪਣੀ ਔਮਨਸ ਵੀ ਪਾਰਟਿਸਿਪੇਟ ਕਰਦੀਆਂ ਬਟ ਸਟਿਲ ਸਾਡੀ ਜਿਹੜੀ ਐਕਸਪੈਕਟੇਸ਼ਨ ਹੁੰਦੀ ਹੈ ਉਹ ਬੰਦਿਆਂ ਤੋਂ ਬਹੁਤ ਜ਼ਿਆਦਾ ਹੁੰਦੀ ਹੈ ਵੀ ਇਹ ਸਾਰਾ ਘਰ ਦਾ ਖਰਚਾ ਕਰੇ ਐਂਡ ਉਹ ਵਿਚਾਰਾ ਕਿਤੇ ਨਾ ਕਿਤੇ ਫੀਲਿੰਗ ਮੈਂਟਲੀ ਕਿ ਮੈਂ ਕਿੱਦਾਂ ਕਰਾਂ ਐਂਡ ਉਹਨਾਂ ਕੋਲ ਐਡਵਾਈਸ ਨਹੀਂ ਹੁੰਦੀ ਐਂਡ ਤੁਸੀਂ ਜਿੱਦਾਂ ਕੋਈ ਆਪਣੇ ਜਿਹੜੇ ਬੰਦੇ ਤੁਹਾਡੇ ਕੋਲ ਆਉਂਦੇ ਨੇ ਤੁਸੀਂ ਉਹਨਾਂ ਨੂੰ ਕੋਈ ਮੈਂਟਲੀ ਵੀ ਹੈਲਪ them because it's when you talking to them ਹੈ ਨਾ ਸੋ ਅਸੀਂ ਲਾਂਚ ਕੀਤਾ ਵਾ ਸਾਨੂੰ ਹੁਣ 3 ਮਹੀਨੇ ਹੋ ਗਏ ਐਕਚੁਅਲੀ official launch ਪਿਛਲੀ ਵੀਕ ਹੀ ਹੋਈ ਆ ਸੋ men's health and wealth walks
ਸੋ ਜਿਹੜਾ ਵੀ ਕੋਈ ਆ ਸਕਦਾ ਵਾ ਇਟਸ ਜਸਟ ਫॉर ਮੈਨਸ ਹਰਪ੍ਰੀਤ ਟੇਕਸ ਹੈ ਤੇ 2 ਘੰਟੇ ਦੀ ਵਾਕ ਆ ਵਿੱਚ ਤੁਸੀਂ ਚਾਹ ਕੌਫੀ ਪੀਣੀ ਆ ਤਾਂ ਉਹ ਸੇਫ ਇਨਵਾਇਰਨਮੈਂਟ ਆ ਕਿ ਤੁਸੀਂ ਆਪਣੇ ਪ੍ਰੈਸ਼ਰ ਦੀ ਬਾਤ ਗੱਲ ਕਰ ਸਕਦੇ ਆ ਕਿਉਂਕਿ ਜ਼ਿਆਦਾਤਰ ਜਿਹੜਾ ਹੁੰਦਾ ਵਾ ਜਿਹਦੇ ਜਿੱਦਾਂ ਮੇਲ ਆ ਕਿ ਉਹ ਆਪਣੀ ਇਮੋਸ਼ਨ ਨਹੀਂ ਦੱਸਣਾ ਚਾਹੁੰਦੇ ਗੱਲ ਨਹੀਂ ਕਰਨੀ ਚਾਹੁੰਦੇ ਹੈ ਨਾ ਕਿਉਂਕਿ ਤੁਸੀਂ ਸਦਾ ਜਿਹੜਾ ਆਪਣੀ ਕਮਿਊਨਿਟੀ ਨੇ ਵੀ ਕੱਲ ਸਾਰੀ ਐਕਚੁਅਲੀ ਨਾਟ ਜਸਟ ਆ ਕਮਿਊਨਿਟੀ ਸਾਰੇ ਕਿਤੇ ਇਹ ਹੁੰਦਾ ਵੀ ਜਿਹੜਾ ਬੰਦਾ ਉਹਨੂੰ ਸਟਰੋਂਗ ਹੋਣਾ ਚਾਹੀਦਾ ਉਹਨੂੰ ਕੋਈ ਇਮੋਸ਼ਨਸ ਨਹੀਂ ਦਿਖਾਉਣੇ ਚਾਹੀਦੇ ਇੰਜ ਕੋਈ ਪ੍ਰੈਸ਼ਰ ਨਹੀਂ ਦਿਖਾਉਣਾ ਚਾਹੀਦਾ ਪਰ ਐਕਚੁਅਲੀ ਸਾਰਿਆਂ ਨੂੰ ਪ੍ਰੈਸ਼ਰ ਆ ਹਰੇਕ ਬੰਦੇ ਤੇ ਪ੍ਰੈਸ਼ਰ ਆ whether ਤੁਸੀਂ ਦੱਸਦੇ ਆ ਜਾਂ ਨਹੀਂ ਦੱਸਦੇ ਪ੍ਰੈਸ਼ਰ ਹੈਗਾ ਵਾ ਸੋ ਕਈ ਵਾਰੀ ਇੱਦਾਂ ਹੋ ਜਾਂਦਾ ਵਾ ਜਿੱਦਾਂ ਕਿ ਤੁਸੀਂ ਜਿਹੜੀ ਬੇਸਿਕਲੀ women ਉਹਨਾਂ ਕੰਮ ਕਰਦੀਆਂ ਵਾ ਜਿੰਨਾ ਮੈਨ ਕਰਦੀ ਲੇਕਿਨ women ਕੋ ਜੇ ਬੱਚੇ ਹੋ ਜਾਣ ਮੈਟਰਨਿਟੀ ਲੀਵ ਇਦਾਂ ਚੀਜ਼ਾਂ ਹੋ ਜਾਂਦੀਆਂ ਤਾਂ ਉਸ ਟਾਈਮ ਤੇ ਉਹ ਪ੍ਰੈਸ਼ਰ ਸਾਰਾ ਬੰਦੇ ਤੇ ਆ ਜਾਂਦਾ ਤੇ ਇਸੇ ਕਰਕੇ ਅਸੀਂ ਨੋਟਿਸ ਕੀਤਾ ਸੀਗਾ ਵੀ ਬੰਦਿਆਂ ਲਈ ਜਾ ਕੇ ਤੁਸੀਂ ਜਿੱਦਾਂ ਬੰਦੇ ਨੂੰ ਜਾ ਕੇ ਪੱਬ 'ਚ ਬਹਿ ਜਾਓ ਬੀਰ ਪੀ ਲਓ ਔਰ ਵੀ ਤੁਸੀਂ ਆਪਣੀ ਇਮੋਸ਼ਨਸ ਨਹੀਂ ਕਰ ਰਹੇ ਤੁਸੀਂ ਔਰ ਵੀ ਉਸ ਟਾਈਮ ਤੇ ਵੀ ਤੁਸੀਂ ਉਹਨੂੰ ਲੁਕੋ ਰਹੇ ਆ ਸੋ ਅਸੀਂ ਸੋਚਿਆ ਵੀ ਇੱਦਾਂ ਦਾ ਕੋਈ ਇਨਵਾਇਰਨਮੈਂਟ ਹੋਵੇ ਜਿਹੜਾ ਓਪਨ ਵਿੱਚ ਆ ਤੁਸੀਂ ਚਾਹ ਪਾਣੀ ਪੀ ਸਕਦੇ ਆ ਤਾਂ ਤੁਸੀਂ ਹੌਲੀ ਹੌਲੀ ਤੁਸੀਂ ਆਪਣੀ ਗਰੁੱਪ ਦੇ ਵਿੱਚ ਤੁਸੀਂ ਇੱਕ ਦੂਜੇ ਨੂੰ ਮਿਲੋਗੇ ਤੇ ਇਹ ਨਹੀਂ ਪਤਾ ਵੀ ਉਸ ਗਰੁੱਪ 'ਚ ਕਿਸੇ ਨੇ ਕੀ ਗੱਲ ਕਰਨੀ ਹੈ ਜਿਹਦੇ ਨਾਲ ਤੁਹਾਡਾ ਪ੍ਰੈਸ਼ਰ ਕਮ ਹੋ ਜਾਣਾ ਸੋ ਫਾਰ ਇਟਸ ਓਨਲੀ ਵਨਸ ਅ ਮੰਥ ਹਾਂਜੀ ਤੇ ਸਾਡੇ ਵੱਲੋਂ ਸਾਡੀ ਕੰਪਨੀ ਵੱਲੋਂ ਸਪਾਂਸਰਡ ਆ ਤੇ ਸੋਲੀਹਲ ਵਿੱਚ ਆ ਪਰ ਹੁਣ ਅਸੀਂ ਸੋਚ ਰਹੇ ਆ ਇਸ ਵਕਤ ਵਨ ਫਰਾਈਡੇ ਮੰਥ ਆ ਤੇ ਹੁਣ ਅਸੀਂ ਵਨ ਸੈਟਰਡੇ ਕਰਨਾ ਕਿਉਂਕਿ ਸਾਨੂੰ ਫੀਡਬੈਕ ਆਈ ਹੈ ਵੀ ਕਈ ਮੰਡੇ ਟੂ ਫਰਾਈਡੇ ਕੰਮ ਕਰਦੇ ਆ ਵੀ ਅਸੀਂ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਕਿਉਂਕਿ ਇਸੇ ਲਈ ਅੱਜ ਦਾ ਸ਼ੋਅ ਜੋ ਹੈਗਾ ਵਾ ਵੈਰੀ ਇੰਪੋਰਟੈਂਟ ਕਿ ਕਿਸ ਦਾ ਲਿੰਕ ਹੈਗਾ ਵਾ ਹਾਂਜੀ ਨਹੀਂ ਮੈਂ ਐਬਸੋਲੂਟਲੀ ਐਗਰੀ ਵਿਦ ਤੁਹਾਡੇ ਨਾਲ ਸੁਖੀ ਕਿ ਜਦੋਂ ਸਾਡੀ ਆ ਟਰੂਲੀ ਬਿਲੀਵ ਕਿ ਜਿਹੜੀ ਤੁਹਾਡੀ ਇਮੋਸ਼ਨਲ ਹੈਲਥ ਹੈ ਤੁਹਾਡੀ ਸਟ੍ਰੈਸ ਹੈ ਐਂਜ਼ਾਈਟੀ ਹੈ ਕਈ ਹੱਦ ਤੱਕ ਉਹ ਵੈਲਥ ਦੇ ਨਾਲ ਜੁੜੀ ਹੋਈ ਹੈ ਸਾਡੀ ਸਪੈਸ਼ਲੀ ਨੋਟ ਸਿਰਫ ਮੈਂ ਕਹਾਂਗੀ ਵੀ ਸਾਡੀ ਏਸ਼ੀਅਨ ਕਮਿਊਨਿਟੀ ਬਟ ਵੀ ਆਰ ਬ੍ਰੋਟ ਦੈਟ ਵੇ ਕਿ ਵੀ ਪੈਸਾ ਹੋਣਾ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਤੁਹਾਡੀ ਵੈਲ ਬੀਇੰਗ ਦੇ ਲਈ ਤੇ ਐਜ਼ ਯੂ ਮੈਂਸ਼ਨ ਕਿ ਜਿਹੜਾ ਮੈਨਸ ਵੋਕ ਹੈ ਆਈ ਥਿੰਕ ਇਟਸ ਪਹਿਲਾਂ ਤੁਸੀਂ ਉਪਰਾਲਾ ਜਿਹੜਾ ਕੀਤਾ ਹੈਗਾ ਫਸਟ ਟਾਈਮ ਆਈਵ ਹਰਡ ਸਮਬਡੀ ਕੋਈ ਇਨ ਮੈਂਟਲ ਹੈਲਥ ਦੇ ਬਾਰੇ ਸੋਚ ਰਿਹਾ ਵਿਚ ਇਜ਼ ਰੀਅਲੀ ਗੁੱਡ ਆਈ ਥਿੰਕ ਇਟ ਸ਼ੁੱਡ ਬੀ ਮੋਰ ਤੁਹਾਨੂੰ ਦੇਖ ਕੇ ਸ਼ਾਇਦ ਹੋਰ ਲੋਕ ਵੀ ਇੱਦਾਂ ਸੋਚਣ ਬਟ ਦੈਟਸ ਆਈ ਥਿੰਕ ਇਜ਼ ਵੈਰੀ ਗੁੱਡ ਬਿਕੋਜ਼ ਮੈਂਟਲ ਹੈਲਥ ਇਨ ਮੈਨਸ ਐਜ਼ ਅਸੀਂ ਕਾਫੀ ਸ਼ੋਅ ਕੀਤੇ ਆ ਉਹਦੇ ਤੇ ਸਾਨੂੰ ਪਤਾ ਲੱਗਦਾ ਵੀ ਮੈਂਟਲ ਹੈਲਥ ਜਿਹੜੀ ਮੈਨਸ ਦੀ ਹੈ ਵੈਲਥ ਐਂਜ਼ਾਈਟੀ ਆਲ ਥੀਸ ਲਿੰਕਸ ਟੁਗੈਦਰ ਸੋ ਜਦੋਂ ਆਪਸ 'ਚ ਤੁਸੀਂ ਗੱਲਬਾਤ ਕਰ ਸਕਦੇ ਹੋ ਵੂਮਨਸ ਦੇ ਕਾਫੀ ਕਲੱਬਸ ਨੇ ਸਰਟਨ ਪਲੇਸਿਸ ਹੈ ਦੇ ਕੈਨ ਗੋ ਐਂਡ ਟਾਕ ਇਜ਼ ਵੈਲ ਪਰ ਬੰਦਿਆਂ ਲਈ ਕੋਈ ਇਹੋ ਜਿਹੀ ਜਗ੍ਹਾ ਨਹੀਂ ਹੈ ਜਿੱਥੇ ਉਹ ਰਿਲੈਕਸਲੀ ਆਪਸ 'ਚ ਇੱਕ ਟਰੂ ਚੈਟ ਜਿਹਨੂੰ ਅਸੀਂ ਕਹਿੰਦੇ ਉਹ ਕਰ ਸਕਣ ਵੀ ਹਾਂ ਮੈਨੂੰ ਇਹ ਪ੍ਰੋਬਲਮ ਹੈਗੀ ਹੈ ਮੇਰੀ ਇਹ ਪ੍ਰੋਬਲਮ ਕਿੱਦਾਂ ਸੋਲਵ ਹੋ ਸਕਦੀ ਹੈ ਬਿਕੋਜ਼ ਜਿੱਥੇ 6-7 ਜਣੇ ਹੋਣ ਕੋਈ ਨਾ ਕੋਈ ਐਕਸਪੀਰੀਅੰਸ ਉਹਨਾਂ ਨੂੰ ਆਲਰੇਡੀ ਹੋਇਆ ਹੁੰਦਾ ਤੇ ਉਹ ਸ਼ੇਅਰ ਕਰਦੇ ਆ ਈਵਨ ਦੋ ਵੀ ਕਾਂਟ ਹੈਲਪ ਬਟ ਇੱਕ ਟੋਕ ਥੈਰੇਪੀ ਉਹਨਾਂ ਦੀ ਹੋ ਜਾਂਦੀ ਹੈ ਕਿ ਵੀ ਆਰ ਏਬਲ ਟੂ ਅੰਡਰਸਟੈਂਡ them ਸੋ ਮੈਂ ਹੁਣ ਥੋੜਾ ਜਿਹਾ ਅਸੀਂ ਅੱਗੇ ਵਧਾਂਗੇ ਮੋਰਗੇਜ ਦੇ ਬਾਰੇ ਥੋੜਾ ਜਿਹਾ ਜਾਣਨਾ ਚਾਹਾਂਗੇ ਸੋ ਵੀ ਵਿਲ ਸਾਡੇ ਵਿਊਅਰਸ ਨੂੰ ਥੋੜਾ ਬਹੁਤ ਟੇਸਟ ਹੋ ਜਾਏ ਹਰ ਚੀਜ਼ ਦਾ ਸੋ ਦੇ ਨੋ ਲਿਟਲ ਬਿਟ ਅਬਾਊਟ ਐਵਰੀਥਿੰਗ ਸੋ ਮੁੜ ਕੇ ਤੁਹਾਡੇ ਕੋਲ ਕੁਐਸਚਨ ਦੀ ਲਿਸਟ ਜਦੋਂ ਆਏਗੀ ਦੈਨ ਵਿਲ ਗੈਟ ਦੈਟ ਸੋ ਮੋਰਗੇਜ ਕਿੱਦਾਂ ਸਟਾਰਟ ਹੁੰਦੀ ਹੈ ਜਦੋਂ ਤੁਸੀਂ ਫਸਟ ਟਾਈਮ ਬਾਇਰਸ ਲਈ ਕੀ ਪ੍ਰੋਸੈਸ ਹੁੰਦਾ ਹੈ ਐਂਡ ਜਿਹੜੇ ਆਲਰੇਡੀ ਜਿਨ੍ਹਾਂ ਕੋਲ ਮੋਰਗੇਜ ਹੈ ਉਹ ਦੂਸਰਾ ਘਰ ਵੀ ਕਈ ਲੈਣਾ ਚਾਹੁੰਦੇ ਆ ਐਂਡ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸ ਦਿਓ ਹਾਂਜੀ ਮੇਨ ਚੀਜ਼ ਮੋਰਗੇਜ ਦਾ ਅਸੀਂ ਕਹਿੰਦੇ ਸੀ ਡੈਟ ਨਹੀਂ ਮੈਂ ਐਕਸਪਲੇਨ ਕਰ ਲਵਾਂ ਅਸੀਂ ਹੁਣ 10-15 ਮਿੰਟ ਗੱਲ ਹੋ ਗਈ ਸਾਡੇ ਮੈਂ ਐਕਸਪਲੇਨ ਕਰਦਾ ਸੀ ਜਿੱਦਾਂ ਯੂ ਸ਼ੁਡਨਟ ਹੈਵ ਡੈਟ ਬਟ ਐਕਚੁਅਲੀ ਵਨ ਥਿੰਗ ਆਈ ਡੋਂਟ ਮਾਈਂਡ ਡੈਟ ਔਨ ਵੈਲ ਟੂ ਐਕਚੁਅਲੀ ਆਈ normally don't mind on cars and I don't mind on houses. Like famous saying, if you're taking a debt to buy something that makes you money, it's fine. So if you buy to let property karana kei bhi kehte ki historical value emotional value mummy dad bhi kehte oh you shouldn't take that but actually sadi koi problem nahi je tusi debt je tusi borrow karte paise for something positive and house is one of the positive ones especially in the UK property values increase we can buy a property for 100,000 200,000 in 10 years time the house is worth 220 255 500 like that so mortgage was key the say one this is my pushda see what is the why and the house is a big why for everybody it's ਸਾਡੀ ਆਪਣੀ ਦੇ ਬਹੁਤ ਡ੍ਰੀਮ ਆ ਅਸੀਂ ਆਪਣੀ ਕਾਰ ਖਰੀਦ ਰਹੀ ਹੈ ਨਾ ਫਿਰ why ਬੜਾ strong ਹੋ ਜਾਂਦਾ ਨਾ ਹਾਂਜੀ so what can we explain about mortgages average ਤੁਸੀਂ 4 times ਜਿੰਨਾ ਤੁਹਾਡੀ ਇਨਕਮ ਆ 4 times ਕਰ ਲਓ
ਇੰਨੇ ਕੁ ਤੁਸੀਂ ਮੌਰਗੇਜ ਬੋਰੋ ਕਰ ਸਕਦੇ ਆ ਇਫ ਤੁਸੀਂ ਵੀ ਇਨਕਮ ਗਨ ਕੇ ਕਹਿੰਦੇ ਹੋ ਨੋ ਇਟਸ ਗੋਇੰ ਬੀ ਬਹੁਤ ਚਿਰ ਲੱਗ ਜਾਣਾ ਸਾਨੂੰ ਖਰੀਦਣ ਨੂੰ ਪ੍ਰੋਪਰਟੀ ਸਾਡੀ ਐਡਵਾਈਸ ਜੈਨੂਇਨਲੀ ਆ ਵੀ ਐਕਚੁਅਲੀ ਜਸਟ ਸਟਿਲ ਬਾਏ ਸਮਥਿੰਗ ਜੇ ਵੀ ਛੋਟਾ ਘਰ ਜੇ ਤੁਸੀਂ ਮੰਮੀ ਡੈਡ ਨਾਲ ਰਹਿਣਾ ਐਂਡ ਤੁਸੀਂ ਰੈਂਟ ਤੇ ਲਾਉਣਾ ਦੈਟਸ ਫਾਈਨ ਐਜ਼ ਵੈਲ ਇੱਦਾਂ ਨਹੀਂ ਸੋਚ ਆਮ ਗੋਇੰ ਟੂ ਵੇਟ 10 years ਫਿਰ ਮੇਰੀ ਮੌਰਗੇਜ ਫਿਰ ਮੇਰੀ ਵੇਜਸ ਇਨਕਰੀਜ਼ ਹੋ ਜਾਣੇ ਦੈਟਸ ਵਨ ਬਿਟ ਆਫ ਗੁੱਡ ਐਡਵਾਈਸ ਹੈ ਨਾ ਕਿਉਂਕਿ ਮੌਰਗੇਜ ਜਨਰਲੀ ਤੁਸੀਂ ਸਾਡੇ ਮੇਰੀ experience या थोड़ी customer ਨੂੰ ਥੋੜਾ ਪਤਾ ਹੋਣਾ mortgage ਦਾ I'm going to try and give you some good tips to really make good emotional and wealth decisions. One is don't wait too long. ਜਿੰਨਾ ਛੇਤੀ ਤੁਸੀਂ ਖਰੀਦ ਸਕਦੇ ਘਰ ਖਰੀਦ ਲਓ. Number 2 one is the 3-4 times income minus debts. So ਜੇ ਤੁਹਾਡੀ income 50,000 yeah you can borrow 200,000 but remember it's minus debts. So ਜੇ ਤੁਸੀਂ Tesla ਦੇਖਣਾ ਚਾਹੇ ਵਧੀਆ ਗੱਡੀ ਦੇਖਣੀ ਆ remember ਤੁਹਾਡੀ ਇਫੈਕਟ ਹੋ ਜਾਣਾ ਜਦੋਂ ਤੁਸੀਂ ਕਾਰ ਖਰੀਦਣਾ ਜੇ ਤੁਸੀਂ ਤੁਹਾਡੀ ਇਨਕਮ ਡਿਕਰੀਜ਼ ਹੋ ਜਾਂਦੀ ਹੈ ਜਿੰਨਾ ਤੁਹਾਡਾ ਤੁਹਾਡੀ 700 pound monthly ਦਿੰਦੇ ਗੱਡੀ ਦੀ then ਤੁਹਾਡੀ 10,000 ਦੀ ਘੱਟ then they're going to lend you 40,000 times more so they'll only lend you 160 so ਉੱਥੇ ਇੱਕ ਚੀਜ਼ ਹੈ ਆਪਣੇ ਕ੍ਰੈਡਿਟ ਰਿਪੋਰਟ ਦੇਖੋ and just buy early I think is my advice. So, buy early don't buy again, later. credit so ਪਹਿਲੀ ਗੱਲ ਇਹ ਹੈ ਕਈ ਵਾਰੀ ਲੋਕੀ ਕ੍ਰੈਡਿਟ ਕਾਰਡ ਲੈਂਦੇ ਨਹੀਂਗੇ ਸੋ ਜੇ ਤੁਸੀਂ ਮੌਰਗੇਜ ਲੈਣੀ ਆ ਤਾਂ ਤੁਹਾਨੂੰ ਸ਼ੋਅ ਕਰਨਾ ਪੈਣਾ ਵੀ ਤੁਸੀਂ ਜਿਹੜਾ ਤੁਹਾਡਾ ਕ੍ਰੈਡਿਟ ਹੈ ਤੁਸੀਂ ਜੇ ਤੁਹਾਨੂੰ ਕੋਈ ਲੈਂਡ ਕਰਦਾ ਮਨੀ ਤੁਸੀਂ ਉਹ ਪੇ ਕਰ ਸਕਦੇ ਵਾਪਸ ਸੋ ਉਹਨਾਂ ਨੂੰ ਚਾਹੀਦਾ ਵੀ ਤੁਹਾਡੀ ਕੋਈ ਫਾਈਨੈਂਸ਼ੀਅਲ ਹਿਸਟਰੀ ਬਣੀ ਹੋਵੇ ਸੋ ਇਸ ਲਈ ਜਿੱਦਾਂ ਜੇ ਤੁਸੀਂ ਕ੍ਰੈਡਿਟ ਕਾਰਡ ਬੈਂਕ ਅਕਾਊਂਟ ਤੁਹਾਡੇ ਹੈਗੇ ਜੇ ਤੁਸੀਂ ਕ੍ਰੈਡਿਟ ਕਾਰਡ ਲਿਆ ਵਾ ਉਹਨੂੰ ਲਵੋ ਭਾਵੇਂ ਇਕੱਲਾ 1000 pound ਦਾ ਲਿਮਿਟ ਹੋਵੇ ਜੋ ਸਪੈਂਡ ਕੀਤਾ ਉਹਨੂੰ ਪੇ ਕਰ ਦਿਓ ਸੋ ਤੁਹਾਡੀ ਪ੍ਰੋਫਾਈਲ ਬਣ ਰਹੀ ਹੈ ਵੀ ਹਾਂ ਇਹ ਬੰਦਾ ਜੇ ਪੈਸੇ ਲੈਂਦਾ ਵਾ ਤੇ ਇਹ ਪੈਸੇ ਮੋੜ ਵੀ ਸਕਦਾ ਵਾ ਸੋ ਸਿਕਿਉਰ ਹੋਣਾ ਚਾਹੀਦਾ ਵੀ ਉਹਨਾਂ ਨੂੰ ਥੋੜੇ ਜਿਹਾ ਪਤਾ ਲੱਗੇ ਵੀ ਤੁਸੀਂ ਕੁਝ ਕਰ ਰਹੇ ਤੁਸੀਂ ਕਰ ਸਕਦੇ ਆ ਤੁਸੀਂ ਜਾਣਦੇ ਆ ਸੋ ਸਭ I just want to point on that one always make sure ਜਿੰਨੇ ਵੀ ਕ੍ਰੈਡਿਟ ਕਾਰਡ ਤੁਸੀਂ ਕਰਦੇ ਆ always direct debit and in that scenario ਜੇ ਤੁਸੀਂ mortgage ਵਾਸ ਕਰਨਾ then make it on a fixed purchase for example to the food shopping to the car bill not luxury purchases something that you're going to spend on anyway ਕਿਉਂਕਿ ਤੁਸੀਂ ਉਹ ਹਰੇਕ ਵੀਕ ਤੁਸੀਂ ਉਹਦੇ ਲਈ ਪੈਸੇ ਕੱਢੇ ਹੋਏ ਆ ਵੀ ਸਾਡੀ ਵੀਕਲੀ ਸ਼ਾਪਿੰਗ 100 ਪਾਉਂਡ ਹੈ ਤੁਸੀਂ 100 ਪਾਉਂਡ ਕ੍ਰੈਡਿਟ ਕਾਰਡ ਤੇ ਕਰ ਦਿਓ ਤੇ ਫਿਰ ਉਹਨੂੰ ਪੇ ਆਫ ਕਰ ਦਿਓ ਸੋ ਪਤਾ ਲੱਗਦਾ ਵੀ ਤੁਸੀਂ ਡੈਟ ਲੈ ਸਕਦੇ ਪਰ ਤੁਸੀਂ ਉਹਨੂੰ ਪੇ ਵੀ ਕਰ ਸਕਦੇ ਆ ਕਿਉਂਕਿ ਉਹ ਦੇਖਦੇ ਆ ਕਿਉਂਕਿ ਜੇ ਤੁਹਾਡੀ ਕੋਈ ਇੱਦਾਂ ਹਿਸਟਰੀ ਨਹੀਂ ਗੀ ਫਿਰ ਉਹਨਾਂ ਨੂੰ ਪਤਾ ਨਹੀਂ ਵੀ ਤੁਹਾਡੇ ਰਿਸਕ ਲੈਣ ਦਾ ਫਾਇਦਾ ਹੈਗਾ ਜੇ ਨਹੀਂ ਵੀ ਤੁਸੀਂ ਪੇ ਕਰ ਸਕੋਗੇ ਜੇ ਤੁਸੀਂ ਕਦੀ ਪੈਸੇ ਪੇ ਕੀਤੇ ਹੀ ਨਹੀਂਗੇ ਸੋ ਐਕਸਪੀਰੀਅੰਸ ਹੋਣਾ ਚਾਹੀਦਾ ਸੋ ਉਸ ਤੋਂ ਬਾਅਦ ਆ ਜਿਵੇਂ ਹਰਪ੍ਰੀਤ ਕਹਿ ਰਿਹਾ ਸੀਗਾ ਇਟਸ ਜਨਰਲੀ 4 times ਐਂਡ ਜਨਰਲੀ 10% ਮਿਨੀਮਮ ਡਿਪੋਜ਼ਿਟ ਪੇਰੈਂਟਸ ਵੀ ਹੈਲਪ ਕਰ ਸਕਦੇ ਆ ਸੋ ਫਿਰ your ਡਿਪੋਜ਼ਿਟ ਤੁਸੀਂ ਇਹ ਨਹੀਂ ਜ਼ਰੂਰੀ ਵੀ ਤੁਸੀਂ ਆਪ ਸੇਵ ਕੀਤੇ ਤੁਹਾਡੇ ਪੇਰੈਂਟਸ ਤੁਹਾਨੂੰ ਗਿਫਟ ਵੀ ਕਰ ਸਕਦੇ ਆ ਉਹਨਾਂ ਨੂੰ ਬਸ ਚਿੱਠੀ ਲਿਖ ਕੇ ਦੇਣੀ ਪੈਣੀ ਹੈ ਵੀ ਅਸੀਂ ਇਹ ਗਿਫਟ ਕੀਤਾ ਵਾ ਤੇ ਇਹ ਸਾਨੂੰ ਵਾਪਸ ਨਹੀਂਗਾ ਪੈਸਾ ਆਉਣਾ ਅਸੀਂ ਇਹ ਲੋਨ ਨਹੀਂਗਾ ਓਕੇ ਸੋ ਸਾਡੇ ਵੱਲੋਂ ਗਿਫਟ ਹੈਗੀ ਆ ਸਾਡੇ ਬੱਚਿਆਂ ਨੂੰ ਜਾਂ ਕਿਸੇ ਨੂੰ ਵੀ ਤੇ ਉਸ ਅਸੀਂ ਇਹਨਾਂ ਨੂੰ ਐਜ਼ ਅ ਗਿਫਟ ਦਿੱਤਾ ਹੋਇਆ ਯੈਪ ਸੋ ਮਿਨੀਮਮ ਤੁਹਾਡਾ ਡਿਪੋਜ਼ਿਟ 10% ਹੈ ਥੋੜ੍ਹੀਆਂ ਅੱਜ ਕੱਲ੍ਹ ਮੌਰਗੇਜਾਂ ਨਿਕਲ ਰਹੀਆਂ ਵਾ ਜਿਹੜੇ ਤੁਹਾਨੂੰ 5% ਤੇ ਕਰ ਰਹੀਆਂ ਵਾ ਸੋ ਬੈਕ ਜਿੱਦਾਂ 2006-7 ਦੇ ਵਿੱਚ ਤੁਸੀਂ 100% 110% ਮੌਰਗੇਜਾਂ ਲੈ ਰਹੇ ਸੀ ਇਹਦੇ ਕਰਕੇ ਤੁਸੀਂ ਸਾਰੀ ਫਾਈਨੈਂਸ ਇੰਡਸਟਰੀ ਆ ਇੱਕ ਹਿਸਾਬ ਨਾਲ ਡੁੱਬ ਗਈ ਸੀਗੀ ਫਿਰ ਕਾਫੀ ਸਟ੍ਰਿਕਟ ਹੋ ਗਈ ਸੀ ਗਵਰਨਮੈਂਟ ਨੇ ਰੂਲ ਚੇਂਜ ਕਰਤੇ ਬੈਂਕਾਂ ਨੇ ਰੂਲ ਚੇਂਜ ਕਰਤੇ ਹੁਣ ਥੋੜ੍ਹਾ 95% ਮੌਰਗੇਜਾਂ ਹੈਗੀਆਂ ਪਰ ਨੋਰਮਲੀ ਉਹਨਾਂ ਦਾ ਜਿਹੜਾ ਇੰਟਰਸਟ ਰੇਟ ਹੈ ਉਹ ਥੋੜ੍ਹਾ ਹਾਈ ਹੁੰਦਾ ਵਾ ਓਕੇ ਸੋ ਕਈ ਵਾਰੀ ਸੁਖੀ ਇੱਦਾਂ ਵੀ ਹੁੰਦਾ ਕਿ ਕਈ ਜਿੱਦਾਂ ਸਿਰਫ 10% ਨਹੀਂ ਜ਼ਿਆਦਾ ਵੀ ਪੇ ਕਰਨਾ ਚਾਹੁੰਦੇ ਆ ਉਹਦੇ 'ਚ ਫਾਇਦਾ ਹੁੰਦਾ ਕਿ ਇਟਸ ਡਜ਼ ਹੀ ਮੇਕ ਐਨੀ ਡਿਫਰੈਂਟ ਜਦੋਂ ਥੋੜੇ ਜ਼ਿਆਦਾ ਪੈਸੇ ਉਹਨਾਂ ਨੇ ਪੇ ਕਰਨੇ ਯੈਸ ਸੋ ਦ ਡਿਫਰੈਂਸ ਇਹ ਹੈ ਜੇ ਤੁਸੀਂ ਘਰ ਲੈ ਰਹੇ ਆ ਤੁਹਾਡੀ ਸੇ 40,000 ਦੋਵਾਂ ਦੀ ਤੁਹਾਡੀ ਇਨਕਮ ਹੈ ਜੁਆਇੰਟ ਫੈਮਿਲੀ ਇਨਕਮ ਹਾਂਜੀ ਤੁਸੀਂ ਤੁਹਾਨੂੰ ਬੈਂਕ ਤੁਹਾਨੂੰ ਦੇ ਰਹੀ ਆ 4 times that ਸੋ ਜਿਹੜਾ ਜੇ ਤੁਸੀਂ ਵਿੱਚ ਲਾ ਲਓ ਤੁਸੀਂ 2 ਲੱਖ ਦੀ ਪ੍ਰਾਪਰਟੀ ਦੇ ਕੇ ਤੁਸੀਂ ਉਹ 'ਚ ਵੱਡਾ ਡਿਪੋਜ਼ਿਟ ਪਾਓਗੇ ਜਿਹੜਾ ਤੁਹਾਡਾ ਲੋਨ ਟੂ ਵੈਲਿਊ ਆ ਉਹ ਡੀਕਰੀਜ਼ ਹੋ ਜਾਂਦਾ ਤੁਹਾਡਾ ਲੋਨ ਤੇ ਜੋ ਤੁਹਾਡਾ ਵੈਲਿਊ ਆ ਪ੍ਰਾਪਰਟੀ ਦਾ ਉਹ ਘੱਟ ਜਾਂਦਾ ਇਹਦੇ ਕਰਕੇ ਕਈ ਵਾਰੀ ਤੁਹਾਨੂੰ ਬੈਟਰ ਇੰਟਰਸਟ ਰੇਟ ਮਿਲ ਜਾਂਦੇ ਆ ਓਕੇ ਸੋ ਬੈਟਰ ਆ ਜਿੰਨਾ ਤੁਸੀਂ ਜ਼ਿਆਦਾ ਐਕਚੁਅਲੀ ਪਾ ਸਕਦੇ ਹੋ ਮੌਰਗੇਜ ਦੇ ਵਿੱਚ ਸੋ ਸੇਮ ਪ੍ਰੋਸੈਸ ਹੀ ਹੁੰਦਾ ਜੇਕਰ ਤੁਸੀਂ ਰੀਮੌਰਗੇਜ ਵੀ ਕਰਾਉਂਦੇ ਹੋ ਉਹਦਾ ਥੋੜਾ ਡਿਫਰੈਂਟ ਹੁੰਦਾ ਕਿ ਉਹ ਸਿਮਿਲਰ ਬੇਸ ਤੇ ਹੀ ਮੌਰਗੇਜ ਦੇ ਬੇਸ ਤੇ ਹੀ ਹੁੰਦਾ ਉਹ ਸੋ ਆਈ ਥਿੰਕ ਵਨ ਆਫ ਦ ਮੋਸਟ ਇੰਪੋਰਟੈਂਟ ਥਿੰਗ ਸਾਡੇ ਦੋਵਾਂ ਵੱਲੋਂ ਇਹ ਆ ਸੋ ਪਿਛਲੀ ਵੀਕ ਇੰਟਰਸਟ ਰੇਟ ਵਧੇ ਆ ਸੋ ਇੰਟਰਸਟ ਰੇਟ ਵਧਣ ਲੱਗੇ ਆ ਜਿਹੜੀ ਰੀਮੌਰਗੇਜ ਹੈ ਕਈ ਵਾਰੀ ਆਪਾਂ ਜਦੋਂ ਮੌਰਗੇਜ ਲੈਂਦੇ ਆ ਉਹ ਰੇਟ ਆਪਾਂ ਨੂੰ ਲਾ ਲਓ ਪਹਿਲੇ 2 ਸਾਲ ਜਾਂ 5 ਸਾਲ ਲੋ ਰੇਟ ਦੇ ਦਿੰਦੇ ਆ ਜਦੋਂ ਉਹ ਰੇਟ ਫਿਨਿਸ਼ ਹੋ ਜਾਂਦਾ ਫਿਰ ਬੈਂਕ ਉਹ ਰੇਟ ਇਨਕਰੀਜ਼ ਕਰ ਦਿੰਦੀ ਆ ਤੇ ਆਮ ਤੌਰ ਤੇ ਅਸੀਂ ਦੇਖਿਆ ਵਾ
ਜਿਹੜੇ ਜਿੱਦਾਂ ਕਈ ਵਾਰੀ ਜਿਹੜੇ ਕਲਾਇੰਟ ਆ ਉਹਨਾਂ ਨੇ ਉਹ ਬੋਰ ਕੇ ਬੈਂਕ ਨੂੰ ਜਾਂਦੇ ਨਹੀਂ ਕਹਿਣ ਨੂੰ ਵੀ ਅਸੀਂ ਸਾਨੂੰ ਰੀਮੋਰਗੇਜ ਕਰ ਦਿਓ ਜੋ ਤੁਸੀਂ ਕਰ ਰਹੇ ਆ। ਤਾਂ ਸਭ ਤੋਂ ਜ਼ਰੂਰੀ ਇਹ ਹੈ ਜਦੋਂ ਰੇਟ ਵੱਧਦੇ ਆ ਤੁਹਾਡੀ ਜਿਹੜੀ ਮੰਥਲੀ ਪੇਮੈਂਟ ਆ ਉਹ ਯਕਦਮ ਵੱਧ ਜਾਂਦੀ ਆ। ਸੋ ਜੇ ਤੁਹਾਨੂੰ ਪਤਾ ਵੀ ਤੁਹਾਡੇ 2 ਸਾਲ ਦਾ ਟਾਈਮ ਆ ਜਾਂ 3 ਸਾਲ ਦਾ 5 ਸਾਲ ਦਾ 3 ਮਹੀਨੇ ਪਹਿਲਾਂ ਤੁਸੀਂ ਰੀਮੋਰਗੇਜ ਸ਼ੁਰੂ ਕਰ ਲਓ ਕਿਉਂਕਿ ਤੁਹਾਡਾ ਰੇਟ ਕਈ ਵਾਰੀ ਜੋ ਤੁਸੀਂ ਰੀਮੋਰਗੇਜ ਕਰਦੇ ਆ ਤੁਹਾਡਾ ਫਿਕਸਡ ਰੇਟ ਤੋਂ ਅੱਜ ਕੱਲ੍ਹ ਘੱਟ ਰੇਟ ਮਿਲ ਰਹੇ ਆ। ਸੋ ਐਕਚੁਅਲੀ ਤੁਹਾਨੂੰ ਬੈਨੀਫਿਟ ਹੁੰਦਾ ਤੁਹਾਡੇ ਪੈਸੇ ਹਰ ਮਹੀਨੇ ਦੇ ਸੇਵ ਹੋ ਜਾਂਦੇ ਆ। ਸੋ ਅਸੀਂ ਦੇਖਿਆ ਵਾ ਪਿਛਲੇ 2-3 ਮਹੀਨਿਆਂ ਦੇ ਵਿੱਚ ਅਸੀਂ ਦੇਖਿਆ ਵਾ ਜਿੱਦਾਂ ਜੇ ਕੋਈ 1200 ਭਰ ਰਿਹਾ ਮੋਰਗੇਜ ਉਹਨਾਂ ਦੀ 1000 ਮੋਰਗੇਜ ਹੋ ਗਈ ਆ। ਜੇ ਕੋਈ 600 ਭਰ ਰਿਹਾ ਵਾ ਉਹਨਾਂ ਦੀ ਜਿੱਦਾਂ ਅਸੀਂ ਕੀਤਾ ਵਾ ਰੀਮੋਰਗੇਜ ਉਹਦਾ ਰੇਟ ਡ੍ਰੌਪ ਹੋ ਗਿਆ ਵਾ ਤੇ 450 ਭਰ ਰਿਹਾ। ਕਾਫੀ ਵੱਡਾ ਡਿਫਰੈਂਸ ਆ ਚੇਂਜਿਸ ਹੈਗੀਆਂ ਵਾ। ਸੋ ਨਾਲੇ ਇਸ ਵਕਤ ਕਿਉਂਕਿ ਬੇਸ ਰੇਟ ਬਹੁਤ ਲੋ ਆ ਚਲੋ ਹੁਣ ਇਨਕਰੀਜ਼ ਹੋਇਆ ਵਾ ਪਿਛਲੇ ਹਫ਼ਤੇ ਪਰ ਉਦੋਂ ਪਹਿਲਾਂ ਬੇਸ ਰੇਟ ਇੰਨਾ ਬੈਂਕ ਨੇ ਲੋ ਕੀਤਾ ਸੀਗਾ ਤੁਹਾਨੂੰ ਰੀਮੋਰਗੇਜ ਕਰਨ ਦਾ ਬਹੁਤ ਜ਼ਿਆਦਾ ਫਾਇਦਾ ਵਾ। ਸੋ ਸਭ ਤੋਂ ਜ਼ਰੂਰੀ ਅਸੀਂ ਇਹ ਕਹਿੰਦੇ ਜੇ ਤੁਹਾਡਾ ਟਾਈਮ ਪੀਰੀਅਡ ਫਿਨਿਸ਼ ਹੋ ਗਿਆ ਵਾ ਤਾਂ ਤੁਹਾਨੂੰ ਰੀਮੋਰਗੇਜ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਤੁਸੀਂ ਗਾਂ ਫਿਕਸ ਕਰ ਰਹੇ ਨਾਲੇ ਹੁਣ ਰੇਟ ਥੋੜ੍ਹੇ ਵੱਧ ਰਹੇ ਆ ਕਿਉਂਕਿ ਇਨਫਲੇਸ਼ਨ ਵੱਧ ਰਿਹਾ ਵਾ ਗਵਰਨਮੈਂਟ ਨੂੰ ਰੇਟ ਵਧਾਉਣੇ ਪੈਣੇ ਆ। ਸੋ ਇਹ ਸਹੀ ਟਾਈਮ ਆ ਤੁਹਾਨੂੰ ਫਿਕਸ ਕਰਨ ਦਾ ਗਾਂ ਲਈ। ਸੋ ਇਹਦਾ ਮਤਲਬ ਹੈ ਕਿ ਘਰ ਲੈਣਾ ਹੋਏ ਕਿਸੇ ਨੇ ਇਜ਼ ਅ ਰਾਈਟ ਟਾਈਮ ਟੂ ਬਾਈ ਅ ਹਾਊਸ ਐਟ ਦਿਸ ਟਾਈਮ। ਕੋਈ ਡਾਊਟ ਨਹੀਂ ਹੈ ਇਸ ਟਾਈਮ ਐਕਸਪੈਂਸਿਵ ਆ ਇਹ ਪ੍ਰੋਪਰਟੀ ਮਾਰਕੀਟ ਹਾਈ ਆ ਹੁਣ ਇਸ ਵਕਤ ਬਟ ਰਾਈਟ ਟਾਈਮ ਕਦੋਂ ਰਾਈਟ ਟਾਈਮ ਸੀ 5 ਸਾਲ ਪਹਿਲਾਂ ਵੀ ਕਹਿ ਸਕਦੇ 5 ਸਾਲ ਪਹਿਲਾਂ ਵੀ ਕਹਿ ਸਕਦੇ ਇੱਦਾਂ ਤਾਂ ਕਈ ਵਾਰੀ ਕਸਟਮਰ ਮੈਨੂੰ ਵੀ ਕਹਿੰਦੇ ਓ ਸ਼ੈਲ ਵੀ ਵੇਟ 2 years ਚਲ 2 ਸਾਲ ਵੇਟ ਕਰ ਲਿਓ ਤੁਹਾਡੀ ਪ੍ਰਾਈਸ ਡ੍ਰੌਪ ਹੋ ਜਾਏ ਜਿੰਨੇ ਤੁਸੀਂ ਵੇਟ ਕਰ ਜਾਂਦਾ ਉੱਪਰ ਚੜ ਕੇ 20% ਹੁਣ ਇਟਸ ਗੋਇੰ ਟੂ ਬੀ ਟਫ ਟਾਈਮਸ ਹੁਣ ਸੱਚ ਕਹਾਂ ਇੰਟਰਸਟ ਰੇਟਸ ਇਜ਼ ਗੋਇੰਗ ਅਪ शायद नेक्स्ट 5 साल ਲਈ ਥੋੜਾ ਟਫ ਹੋਊਗਾ ਸ਼ਾਇਦ ਮੇਬੀ ਪ੍ਰਾਈਸਿਸ ਡ੍ਰੌਪ ਹੋਣਗੇ ਬਟ ਇਫ ਜੇ ਤੁਸੀਂ ਸ਼ਹਿਰ ਚ ਰਹਿੰਦੇ ਲੰਡਨ ਬਰਮਿੰਗਮ ਮੈਨਚੈਸਟਰ ਲੀਡਸ ਕੋਈ ਫਰਕ ਨਹੀਂ ਪੈਂਦਾ the demand ਇੰਨਾ ਹਾਈ ਹੈ ਇੱਥੇ just get on the ladder step we call it the ladder get on the financial ladder ਸ਼ੁਰੂ ਕਰ ਲਓ and ਜੇ ਤੁਸੀਂ question ਪੁੱਛਦੇ ਸੀ like is it worth overpaying the mortgage that all depends on discipline ਜੇ ਤੁਸੀਂ ਕੋਈ ਹੋਰ debts ਜਾਂ always pay smaller debts off first ਸਾਡੀ ਇਹੀ advice ਹੈ always make sure you got emergency fund and said the actually advice is you took a disciplined then maybe consider savings क्योंकि savings to 4-5-6% ਤੁਸੀਂ ਬਣਾ ਸਕਦੇ interest rate 2% so it's all to do with ਥੋੜੀ confidence ਕਿੰਨੇ ਆ ਥੋੜੇ ਨਾਲ ਸਾਥ ਖੋਣੇ ਆ ਜੇ ਅਸੀਂ ਪਾਰਟਨਰ ਹੋ ਜਾਂਦੇ ਅਸੀਂ ਸਾਡੇ ਨਾਲ ਪਾਰਟਨਰ ਹੋ ਜਾਂਦੇ ਸਾਡੇ ਕਸਟਮਰ ਨਾਲ ਨਾ we'll be with them ਅਸੀਂ ਕਸਟਮਰ ਨੂੰ ਰੋਜ਼ ਕਹਿੰਦੇ we with you don't worry we'll support you but ਜੇ ਤੁਸੀਂ ਥੋੜੀ ਨਰਵਸ ਆ then yeah always pay off the mortgage main thing is don't leave it in the bank leave it in the bank there's no why for the money so somebody else will ask for the money and you'll spend it so better to just pay off the house then ਤੁਸੀਂ free ਹੋ ਜਾਣੇ 600-800 pound a month ਜਿੰਨੀ mortgage ਆ ਥੋੜੀ free ਹੋ ਜਾਣ ਤੁਸੀਂ ਇੱਕ relaxation ਆ ਜਾਂਦਾ the main thing is I need to say is the joy from having no debt far outweighs any joy from any product I promise ਤੁਸੀਂ ਖਿਆਲ ਨਹੀਂ ਨਾ ਸਾਡਾ experience ਆ the joy from having no credit cards no debt or having a letter that arrives saying no mortgage or no credit card this will be more important emotionally na shayad thode ko gaddi nami nahi on the drive who cares doesn't matter you'll have more joy the freedom ho jani you can do some charity work menu ek customer ka पिछले हफ्ते गोरा से मैंने फोन आया कहता मेरे को इन्ने पैसे मिल गए redundancy payment sick payment मैं कहता मैं बड़ा स्ट्रेस्ड है मैं कह obviously you're stressed 37 years हो गए तुसी काम ते गए ना हुन तुसी जिद्दां छुट्टी हो गई पैसे थे बैंक च इसको hundreds of thousands in the bank I said हुन कोशिश कर for the world do something for the world ना पैसे नाल इदां नहीं सोचो greedy आ सारे तुसी connotation greed दा बंद करो पैसे दा there's nothing wrong with making millions honest जिन्ने पैसे बाबा ने दे देना just take it go बढ़ाओ पैसे why you can give more मैं उन्होंने explain किया तू इन्ने पैसे जिन्ने लेने पैसे मैंने दे दे आगे बहुत charity I didn't say I was going to buy a Ferrari with it I said I'll give it all to charity मैंने भी explain करता don't want to give the money go and volunteer for a gardening करो ਅਸੀਂ ਕਿੰਨੇ ਲੋਕੀ ਆ ਪੰਜਾਬੀ ਕਮਿਊਨਿਟੀ ਚ ਅਸੀਂ ਗੁਰਦੁਆਰਾ ਜਾ ਕੇ ਸੇਵਾ ਕਰ ਸਕਦੇ ਹਾਂ ਨਾ ਜਿੱਥੇ ਮਰਜੀ ਸੇਵਾ ਕਰੋ do something for the world ਨਾ ਸਹੀ ਗੱਲ ਹੈ ਕਈ ਵਾਰੀ ਸਾਨੂੰ that's true ਸਵਾਲ ਹੈ ਨਾ ਹਰਪ੍ਰੀਤ ਜੀ ਕਿ ਕਈ ਵਾਰੀ ਗਰੀਡ ਜਿਹੜੀ ਹੁੰਦੀ ਹੈ ਸਾਨੂੰ ਕੁਝ ਹੋਰ ਕਰਨ ਨੂੰ ਨਹੀਂ ਦਿੰਦੀ ਪੈਸੇ ਦੀ ਗਰੀਡ ਜਿਹੜੀ ਆਈ ਥਿੰਕ ਕਾਫੀ ਮਾੜੀ ਹੈ that's a mental illness as well I will say in a way because ਤੁਸੀਂ ਕੁਝ ਹੋਰ ਨਹੀਂ ਤੁਹਾਨੂੰ ਇੱਕ ਹੁੰਦਾ ਵੀ ਮੈਂ ਅੱਜ ਮੇਰੇ ਕੋਲ 1000 ਹੈ ਫਿਰ 100,000 ਹੋ ਜਾਏ ਫਿਰ never going to stop ਜਦੋਂ 1000 ਮੰਗੇ ਤੁਸੀਂ ਲੱਖ ਕਮਾਉਣਾ ਤੁਸੀਂ ਮਿਲੀਅਨ ਪਾਉਂਡ ਹੋ ਗਏ ਤੁਸੀਂ 10 ਮਿਲੀਅਨ ਕਮਾਉਣਾ because it will never stop so we be grateful for what we have ਅਸੀਂ ਅੱਜ ਵੀ ਸੋਚ ਲਓ ਅਸੀਂ ਜਿੰਨੇ ਪੈਸੇ ਆ we've got enough ਹੈ ਨਾ try to think this is a bit deep this bear with me here ਇੱਦਾਂ ਹੀ ਸੋਚੋ ਮੇਰੇ ਜਿੰਨੇ ਪੈਸੇ ਹੈ ਬਹੁਤ ਆ
ज़्यादा like I've got plenty, you know. Really try to think that you've got enough now. It doesn't mean such a like it's greedy to have more or greedy to have less. Just try to keep serving. यही reason ਅਸੀਂ ਇਹ show ਕਰ ਰਹੇ ਹਾਂ on these walks and all these things we do because we're trying to serve more people. ਸਹੀ ਗੱਲ ਹੈ ਹਰਪ੍ਰੀਤ ਜੀ, ਜਿੱਦਾਂ ਤੁਸੀਂ ਕਿਹਾ ਨਾ ਕਿ ਤੁਸੀਂ ਜਿਸ ਸਿਚੁਏਸ਼ਨ 'ਚ ਉਸ ਟਾਈਮ 'ਤੇ ਹੋ ਉਹਦੇ ਬਾਰੇ ਸੋਚ ਕੇ ਵੀ ਹਾਂ ਮੇਰੀ ਇਹ ਸਿਚੁਏਸ਼ਨ ਹੈਗੀ ਹੈ, ਮੈਂ ਇਹਦੇ 'ਚ ਖੁਸ਼ ਹਾਂ ਜਾਂ ਮੈਨੂੰ ਕਿਸ ਤਰੀਕੇ ਨਾਲ ਬੈਟਰ ਬਣਾ ਸਕਦਾ ਬਾਈ ਗੈਟਿੰਗ ਹੈਲਪ। ਕਈ ਵਾਰੀ ਹੈਲਪ ਵੀ ਨਹੀਂ ਅਸੀਂ ਲੈਣਾ ਚਾਹੁੰਦੇ, ਅਸੀਂ ਸੋਚਦੇ ਵੀ ਸਾਨੂੰ ਸਾਰਾ ਕੁਝ ਪਤਾ ਤੇ ਕੋਈ ਹੋਰ ਸਾਨੂੰ ਨਹੀਂ ਇਨਫੋਰਮੇਸ਼ਨ ਦਿੰਦਾ, ਬਟ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਵੀ ਦੇयर ਇਜ਼ ਅ ਹੈਲਪ ਅਵੇਲੇਬਲ। ਹੋਰ ਹਰਪ੍ਰੀਤ ਜੀ ਐਂਡ ਸੁਖੀ ਜੀ, ਤੁਸੀਂ ਕਿਸ ਚੀਜ਼ ਦੇ ਬਾਰੇ ਐਡਵਾਈਸ ਕਰਦੇ ਹੈਗੇ ਹੋ, ਕੀ ਇਨਫੋਰਮੇਸ਼ਨ ਜਿਹੜੇ ਹੈਗੇ ਆ ਤੁਹਾਡੇ ਕੋਲ ਕਲਾਇੰਟ ਜਿਹੜੇ ਹੋਰ ਕਿਸ ਤਰੀਕੇ ਦੇ ਆਉਂਦੇ ਹੈਗੇ ਆ? ਸੋ ਜਿਹੜੀ ਸਾਡੀ ਅਸੀਂ ਆ ਵੈ ਹੋਲਿਸਟਿਕ ਵੈਲਥ ਐਡਵਾਈਜ਼ਰਸ, ਸੋ ਤੁਹਾਡੀ ਫੁੱਲ ਲਾਈਫ ਟਾਈਮ। ਸੋ ਸਾਡੇ ਕੋਲ ਜਿਹੜੇ ਸਾਡੇ ਕਈ ਕਲਾਇੰਟ ਆ ਉਹਨਾਂ ਦੇ ਬੱਚੇ ਵੀ ਹੁਣ ਸਾਡੇ ਕੋਲ ਆ ਰਹੇ ਆ, ਦੈਟਸ ਸੋ ਨਾਈਸ, ਉਹਨਾਂ ਦੇ ਪੈਰੈਂਟਸ ਵੀ ਅਸੀਂ ਕਰ ਰਹੇ। ਸੋ ਅਸੀਂ ਫੁੱਲ ਬੇਸ ਸ਼ੁਰੂ ਕਰਦੇ ਆ। ਸੋ ਲਾਈਫ 'ਚੋਂ ਸ਼ੁਰੂ ਕਰਦੇ, ਜਿੱਦਾਂ ਜਦੋਂ ਤੁਸੀਂ ਪਹਿਲਾਂ ਸੇਵਿੰਗਸ ਕਰਦੇ ਆ ਜਿਵੇਂ ਕਿ ਆਈਸਸ ਐਟਸੈਟਰਾ, ਉਹ ਇਨਵੈਸਟਮੈਂਟਸ ਉਹ ਉੱਥੋਂ ਸ਼ੁਰੂ ਹੁੰਦੇ ਆ। ਜਿਵੇਂ ਸਭ ਤੋਂ ਫਰਸਟ ਅਸੀਂ ਕਦੀ ਸੋਚਦੇ ਨਹੀਂਗੇ, ਪਰ ਵੈਲਥ ਐਡਵਾਈਸ ਸਭ ਤੋਂ ਫਰਸਟ ਸਟੈਪ ਹੈਗਾ ਵਾ ਵੀ ਤੁਸੀਂ ਆਪਣੀ ਵਿਲ ਬਣਾਵੋ ਤਾਂ ਆਪਣੀ ਪ੍ਰੋਟੈਕਟ ਕਰੋ ਵੀ ਕੱਲ੍ਹ ਨੂੰ ਜੇ ਤੁਹਾਨੂੰ ਕੁਛ ਹੋ ਗਿਆ, ਤੁਹਾਡੀ ਇਨਕਮ, ਤੁਹਾਡੀ ਜੋ ਵੀ ਤੁਸੀਂ ਕਮਾਇਆ ਵਾ ਕਿੱਥੇ ਜਾਣਾ ਵਾ। ਇਟਸ ਬੇਸਿਕ ਆ, ਇਟਸ ਬੇਸਿਕ ਆਫ ਐਨੀ ਫਾਈਨੈਂਸ਼ੀਅਲ ਐਡਵਾਈਸ। ਉਸ ਤੋਂ ਬਾਅਦ ਅਸੀਂ ਹੈਲਪ ਕਰਦੇ ਹਾਂ ਮੋਰਗੇਜਿਸ ਲਈ। ਸੋ ਸਾਡੇ ਮਿਕਸ ਕਲਾਇੰਟ ਆ, ਕਈ ਕਲਾਇੰਟ ਜਿੱਦਾਂ ਜਿਹੜੇ ਰੈਜ਼ੀਡੈਂਸ਼ੀਅਲ ਹੈ ਮੋਰਗੇਜ, ਜਿਹੜੇ ਘਰ 'ਚ ਆਪ ਰਹਿੰਦੇ ਉਹੀ ਮੋਰਗੇਜਾਂ ਕਰਾਉਂਦੇ ਆ। ਸਾਡੇ ਕੋਲ ਕਾਫੀ ਕਲਾਇੰਟ ਜਿਹੜੇ ਬਾਈ ਟੂ ਲੈਟ ਪ੍ਰੋਪਰਟੀ ਖਰੀਦ ਰਹੇ ਆ, ਉਹ ਪੋਰਟਫੋਲੀਓ ਵਧਾ ਰਹੇ ਆ, ਰੈਂਟ 'ਤੇ ਚੜਾ ਰਹੇ ਘਰਾਂ ਨੂੰ। ਅਤੇ ਉਸ ਤੋਂ ਬਾਅਦ ਸਾਡੀ ਪ੍ਰੋਟੈਕਸ਼ਨ, ਸੋ ਜਿਵੇਂ ਕਿ ਲਾਈਫ ਇੰਸ਼ੋਰੈਂਸ ਹੋ ਗਈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋ ਗਈ, ਇਨਕਮ ਪ੍ਰੋਟੈਕਸ਼ਨ, ਬਿਲਡਿੰਗ ਇੰਸ਼ੋਰੈਂਸ, ਸਾਰਾ ਉਹ ਕੰਮ ਵੀ ਅਸੀਂ ਕਰਦੇ ਹਾਂ। ਐਂਡ ਉਸ ਤੋਂ ਬਾਅਦ ਪੈਨਸ਼ਨ, ਰਿਟਾਇਰਮੈਂਟ ਪਲਾਨਿੰਗ। ਸੋ ਸਟਾਰਟਿੰਗ ਬਰਥ ਤੋਂ ਲੈ ਕੇ ਐਂਡ ਤੱਕ, ਜਿੱਦਾਂ ਇਨਹੈਰੀਟੈਂਸ ਟੈਕਸ, ਜਿੱਦਾਂ ਵੀ ਤੁਹਾਡੀ ਡੈਥ ਤੋਂ ਬਾਅਦ ਕੀ ਹੁੰਦਾ, ਅਸੀਂ ਫੁੱਲ ਸਪੈਕਟਰਮ ਕਰਦੇ ਹਾਂ। ਇਸੇ ਲਈ ਜਿਹੜੇ ਸਾਡੇ ਕਲਾਇੰਟ ਆ ਆਮ ਤੌਰ 'ਤੇ ਸਾਨੂੰ ਪਤਾ ਲੱਗਦਾ ਵੀ ਸਾਡੀ ਫੈਮਲੀਜ਼ ਆ ਜਾਂਦੀਆਂ ਵਾ, ਕਿਉਂਕਿ ਉਹਨਾਂ ਨੂੰ ਪਤਾ ਹਰੇਕ ਫੈਮਿਲੀ ਦਾ ਮੈਂਬਰ ਡਿਫਰੈਂਟ ਸਟੇਜ 'ਤੇ ਹੁੰਦੇ, ਉਹਨਾਂ ਨੂੰ ਪਤਾ ਵੀ ਆ ਕੇ ਐਡਵਾਈਸ ਲੈ ਸਕਦੇ ਆ। ਅਸੀਂ ਉਹਦਾ ਇੱਕ ਹਿਸਾਬ ਨਾਲ ਸਪਲਿਟ ਕੀਤਾ ਹੋਇਆ ਵਾ ਕੰਮ। ਸੋ ਜਿਵੇਂ ਜਿਹੜਾ ਵਿਲਸ ਦਾ ਵਾ ਅਤੇ ਇਨਹੈਰੀਟੈਂਸ ਟੈਕਸ ਪਲਾਨਿੰਗ ਦਾ ਕੰਮ ਆ, ਅਤੇ ਜਿਹੜਾ ਮੋਰਗੇਜਿਸ ਦਾ ਕੰਮ ਆ ਉਹ ਜਿੱਦਾਂ ਮੈਂ ਸਾਂਭਦੀ ਹਾਂ, ਅਤੇ ਹਰਪ੍ਰੀਤ ਪੈਨਸ਼ਨ ਇਨਵੈਸਟਮੈਂਟਸ ਅਤੇ ਮੋਰਗੇਜਿਸ ਉਹ ਪਾਸਾ ਸਾਂਭਦੇ ਆ। ਸੋ ਡਿਵਾਈਡ ਕੀਤਾ ਹੋਇਆ, ਅਤੇ ਓਬਵੀਅਸਲੀ ਉਦੋਂ ਬਾਅਦ ਸਾਡੀ ਸਟਾਫ ਆ ਉਹਨਾਂ ਦੀ ਡਿਫਰੈਂਟ ਡਿਪਾਰਟਮੈਂਟ ਆ। ਸੁਖੀ, ਜਦੋਂ ਅਸੀਂ ਪੈਨਸ਼ਨ ਦੀ ਗੱਲ ਕਰਦੇ ਹਾਂ ਹੈ ਨਾ, ਅਤੇ ਕਈ ਵਾਰ ਸਾਨੂੰ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਜ਼ਿਆਦਾਤਰ ਸਾਡੇ ਵਿਊਅਰਸ ਕਾਫੀ ਬਜ਼ੁਰਗ ਨੇ ਜਿਹੜੇ ਟੀਵੀ ਦੇਖਦੇ ਹੈਗੇ, ਉਹਨਾਂ ਨੂੰ ਤੁਸੀਂ ਕਿਸ ਤਰੀਕੇ ਦੀ ਐਡਵਾਈਸ ਦੇਣਾ ਚਾਹੋਗੇ ਵਿਲਸ ਦੇ ਤੌਰ 'ਤੇ ਵੀ ਅਤੇ ਐਜ਼ ਏ ਪੈਨਸ਼ਨਰ ਦੇ ਤੌਰ 'ਤੇ ਵੀ? ਕਈ ਵਾਰੀ ਵਿਲਸ ਹੁੰਦਾ, ਉਹਨਾਂ ਨੂੰ ਪਤਾ ਸਾਡੇ ਕਾਫੀ ਲੜਾਈ ਝਗੜੇ ਹੁੰਦੇ ਆ ਜਦੋਂ ਵਿਲਸ ਬਣਾਉਣੇ ਹੁੰਦੇ, ਵੀ ਇਹ ਵੱਡੇ ਮੁੰਡੇ ਨੂੰ ਜਾਣਾ ਜਾਂ ਕੁੜੀ ਨੂੰ ਜਾਣਾ ਜਾਂ ਕਿੱਦਾਂ, ਉਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ ਵੀ ਇਹ ਜਿਹੜੀ ਲੜਾਈ ਝਗੜੇ ਤੋਂ ਅਸੀਂ ਆਪਣੇ ਵਿਊਅਰਸ ਨੂੰ ਹੈ ਨਾ ਰੋਕ ਸਕੀਏ ਅਤੇ ਘਰ 'ਚ ਸ਼ਾਂਤੀ ਰਹੇ ਥੋੜ੍ਹੀ ਜਿਹੀ। ਸਭ ਤੋਂ ਜ਼ਰੂਰੀ ਗੱਲ ਵਿਲ ਦੀ ਇਹ ਆ, ਜਦੋਂ ਤੁਸੀਂ ਵਿਲ ਬਣਾਉਂਦੇ ਆ ਉਹ ਤੁਹਾਡੀ ਪ੍ਰਾਈਵੇਟ ਡਾਕੂਮੈਂਟ ਆ। ਹਾਂਜੀ, ਤੁਹਾਨੂੰ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਕਿ ਵੀ ਉਸ ਵਿਲ 'ਚ ਕੀ ਲਿਖਿਆ ਵਾ। ਸੋ ਕੌਨਫੀਡੈਂਸ਼ੀਅਲ ਹੈ, ਕਿਉਂਕਿ ਆਪਣੇ ਪਰਿਵਾਰ 'ਚ ਕਈ ਵਾਰੀ ਹੁੰਦਾ ਵਾ ਵੀ ਮੈਂ ਵਿਲ ਬਣਾਉਣੀ ਅਤੇ ਮੈਂ ਬੱਚਿਆਂ ਨੂੰ ਦੱਸਣਾ ਪੈਣਾ ਵੀ ਮੈਂ ਕੀ ਕਰੇ। ਤੁਹਾਨੂੰ ਕੋਈ ਦੱਸਣ ਦੀ ਜ਼ਰੂਰਤ ਨਹੀਂ ਗੀ, ਤੁਹਾਨੂੰ ਇਹ ਵੀ ਦੱਸਣ ਦੀ ਜ਼ਰੂਰਤ ਨਹੀਂ ਗੀ ਵੀ ਮੇਰੀ ਵਿਲ ਹੈਗੀ ਆ, ਜਾਂ ਜਿੱਦਾਂ ਇੱਕ 1-2 ਨੂੰ ਦੱਸਣ ਦੀ ਜ਼ਰੂਰਤ ਹੈ ਵੀ ਮੇਰੀ ਵਿਲ ਇੱਥੇ ਰੱਖੀ ਹੋਈ ਹੈ, ਮੈਂ ਇੱਥੇ ਸਾਂਭੀ ਆ, ਜਾਂ ਮੇਰੀ ਬੈਂਕ ਲੋਕਰ 'ਚ ਆ, ਜਾਂ ਸੇਫ ਦੇ ਵਿੱਚ ਆ। ਪਰ ਐਕਚੁਅਲੀ ਇਹ ਪ੍ਰਾਈਵੇਟ ਮੈਟਰ ਆ, ਕੌਨਫੀਡੈਂਸ਼ੀਅਲ ਡਾਕੂਮੈਂਟ ਹੈ, ਤੁਹਾਨੂੰ ਜ਼ਰੂਰਤ ਨਹੀਂ ਕਿਸੇ ਨੂੰ ਸ਼ੇਅਰ ਕਰਨ ਦੀ। ਓਕੇ। ਅਤੇ ਦੂਜੀ ਗੱਲ ਜਿਹੜੀ ਵਿਲਸ ਦੀ ਹੁੰਦੀ ਆ, ਸੋ ਇਸ ਵਕਤ ਇੱਦਾਂ ਵਾ, ਜੇ ਤੁਸੀਂ ਵਿਲ ਤੋਂ ਬਿਨਾਂ ਤੁਹਾਡੀ ਡੈਥ ਹੋਊਗੀ, ਜਿਹੜਾ ਪਹਿਲਾ 2,70,000 ਆ, 270,000 ਆ, ਉਹ ਤੁਹਾਡੇ ਪਾਰਟਨਰ ਨੂੰ ਜਾਂਦਾ। ਸੋ ਜੇ ਤੁਸੀਂ ਹਸਬੈਂਡ ਵਾਈਫ ਆ ਇੱਕ ਦੂਜੇ ਨੂੰ, ਜਿਹੜਾ ਬਾਕੀ ਉਸ ਤੋਂ ਬਾਅਦ ਤੁਹਾਡੀ ਇਨਕਮ ਹੈ। ਸੋ ਤੁਸੀਂ ਆਪ ਸੋਚੋ, ਅਸੀਂ ਬਰਮਿੰਘਮ 'ਚ ਰਹਿੰਦੇ ਹਾਂ, ਆਮ ਘਰਾਂ ਦੀ ਕੀਮਤ 2 ਲੱਖ ਤੋਂ ਵੱਧ ਆ। ਹਾਂਜੀ। ਸੋ ਉਹ ਤੁਹਾਡਾ ਜਿਹੜਾ ਵੈਲਿਊ ਆ ਉਸ ਹਿੱਸੇ 'ਚ ਚਲ ਜਾਂਦਾ। ਠੀਕ ਹੈ, ਉਦੋਂ ਅਲੱਗ ਜੇ ਤੁਹਾਡੀ ਕੋਈ ਸੇਵਿੰਗਸ ਹੈ, ਉਦੋਂ 2,70,000 ਤੋਂ ਅਬਵ ਉਹ ਤੁਹਾਡਾ 50-50 ਆ, ਅੱਧਾ ਤੁਹਾਡੇ ਪਾਰਟਨਰ ਨੂੰ ਜਾਊਗਾ, ਬਾਕੀ ਅੱਧਾ ਈਕੁਅਲੀ ਤੁਹਾਡੇ ਬੱਚੇ 'ਚ ਡਿਵਾਈਡ ਹੋਊਗਾ। ਸੋ ਇਸ ਕਰਕੇ ਕਹੀਦਾ ਵੀ ਵਿਲ ਬਣਾਵੋ। ਸੋ ਜੇ ਤੁਹਾਡੀ ਪੂਰੀ ਜੇ ਤੁਸੀਂ ਲੈ ਲਓ ਹਸਬੈਂਡ ਵਾਈਫ ਆ, ਤੁਹਾਡੇ ਘਰ ਦੀ ਕੀਮਤ 5 ਲੱਖ ਆ, ਜਿਹੜਾ ਪਹਿਲਾ 2,70,000 ਘਰ ਆ ਉਹ ਤੁਹਾਡੀ ਵਾਈਫ ਨੂੰ ਜਾਂਦਾ ਵਾ। ਉਦੋਂ ਬਾਅਦ ਜਿਹੜਾ ਬਾਕੀ ਹਿੱਸਾ ਵਾ ਉਹਦੇ ਵਿੱਚ ਬੱਚਿਆਂ 'ਤੇ ਹਿੱਸਾ ਵਾ। ਤੁਸੀਂ ਸ਼ਾਇਦ ਚਾਹੁੰਦੇ ਹੋਵੋਗੇ ਵੀ ਤੁਹਾਡੀ ਵਾਈਫ ਸੇਫ ਹੋਵੇ, ਸਾਰਾ ਕੁਛ ਉਹਨੂੰ ਜਾਵੇ, ਜੇ ਤੁਹਾਡੀ ਵਿਲ ਨਹੀਂ ਇੱਦਾਂ ਨਹੀਂ ਹੋਣਾ। ਤੇ ਇਸ ਕਰਕੇ ਵਿਲ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜਾ ਬ੍ਰਿਟਿਸ਼ ਲਾਅ ਆ ਇੰਟੈਸਟੇਟ ਡੈਥ ਦਾ, ਉਹ ਇਸ ਤਰ੍ਹਾਂ ਡਿਵਾਈਡ ਕਰਦਾ ਵਾ। ਸੋ ਹਸਬੈਂਡ ਆਪਣੀ ਅਲੱਗ ਵਿਲ ਬਣਾਉਂਦਾ ਹੈ, ਵਾਈਫ ਅਲੱਗ ਬਣਾਉਂਦੀ ਹੈ, ਐਂਡ ਇਨ ਕੇਸ ਐਨੀ ਆਫ ਦੈਮ ਡਾਈ,
ਇੱਕੋ ਜਣਾ ਰਹਿ ਜਾਂਦਾ, ਫਿਰ ਵਿਲ ਦਾ ਕੀ ਆਧਾਰ ਹੁੰਦਾ ਸੋ ਜਦੋਂ ਹੈਗਾ? ਪਹਿਲਾਂ ਅਸੀਂ ਵਿਲ ਬਣਾਉਂਦੇ ਆ ਹਸਬੈਂਡ ਵਾਈਫ ਦਾ ਨਾਰਮਲੀ ਮਿਰਰ ਵਿਲ ਆ, ਆਮ ਹਾਂਜੀ। ਤੌਰ ਤੇ ਮਿਰਰ ਵਿਲ ਬਣਦੀ ਆ। ਸੋ ਉਹ ਇਦਾਂ ਹੁੰਦੀ ਵੀ ਜੋ ਮੇਰੀ ਵਿਲ 'ਚ ਲਿਖਿਆ ਵਾ ਉਹ ਸੇਮ ਵਿਲ ਹਰਪ੍ਰੀਤ ਦੀ ਵਿਲ 'ਚ ਆ, ਪਰ ਇਦਾਂ ਵਾ ਵੀ ਜੇ ਮੈਨੂੰ ਕੁਝ ਹੋ ਗਿਆ ਸਾਰਾ ਕੁਝ ਹਰਪ੍ਰੀਤ ਨੂੰ, ਜੇ ਹਰਪ੍ਰੀਤ ਨੂੰ ਕੁਝ ਹੋ ਗਿਆ ਸਾਰਾ ਕੁਝ ਮੈਨੂੰ, ਠੀਕ ਆ। ਤੇ ਜਦੋਂ ਡੈਥ ਹੁੰਦੀ ਹੈ ਇੱਕ ਪਾਰਟਨਰ ਦੀ, ਉਹ ਜੀ ਦੂਜੀ ਵਿਲ ਆ ਉਹ ਸਟੈਂਡ ਅਲੋਨ ਹੋ ਜਾਂਦੀ ਆ। ਹੁਣ ਤੁਸੀਂ ਉਹਨੂੰ ਬਦਲ ਸਕਦੇ ਆ, ਪਰ ਆਮ ਤੌਰ ਤੇ ਅਸੀਂ ਦੇਖਿਆ ਵਾ ਸਪੈਸ਼ਲੀ ਸਾਡੇ ਕਲਚਰ ਦੇ ਵਿੱਚ ਆਮ ਤੌਰ ਤੇ ਕਪਲਸ ਹੈਪੀ ਆ ਵੀ ਠੀਕ ਹੈ, ਉਹਨਾਂ ਨੂੰ ਇੱਕ ਦੂਜੇ ਤੇ ਵਿਸ਼ਵਾਸ ਹੈਗਾ ਵਾ ਵੀ ਜੋ ਅਸੀਂ ਸਲਾਹ ਕੀਤੀ ਆ ਉਹੀ ਹੋਊਗਾ। ਹਾਂਜੀ। ਤੇ ਸੋ ਇੱਕ ਦੂਜੇ ਨੂੰ ਸੋ ਉਹ ਇੱਕ ਟਾਈਮ ਤੇ ਵਿਲ ਬਣਾਈ ਤੁਹਾਡੀ ਸਦਾ ਰਹਿੰਦੀ ਆ। ਤੇ ਪਰ ਇਹਦਾ ਜ਼ਰੂਰੀ ਇਹ ਹੁੰਦਾ ਵਾ ਜੇ ਤੁਸੀਂ ਉਹ ਨਹੀਂ ਬਣਾਈ ਤਾਂ ਇਹ ਜ਼ਰੂਰੀ ਨਹੀਂ ਵੀ ਤੁਹਾਡਾ ਪਾਰਟਨਰ ਫਿਰ ਸੇਫ ਹੋਊਗਾ। ਹਨਾ ਆਪਾਂ ਸਾਰੇ ਸੋਚਦੇ ਵੀ ਜਿੰਨਾ ਆਪਾਂ ਸਾਰੀ ਜ਼ਿੰਦਗੀ ਬੀਤੀ ਆ ਕੱਲ ਨੂੰ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ। ਤੇ ਆਮ ਤੌਰ ਤੇ ਅਸੀਂ ਸਾਰੇ ਚਾਹੁੰਦੇ ਵੀ ਸਾਡੇ ਬੱਚੇ ਜਿਹੜੇ ਆ ਕਹਿਣੇਕਾਰ ਹੋਣ, ਪਰ ਆਪਾਂ ਲਾਈਫ 'ਚ ਦੇਖਿਆ ਵਾ ਇਹ ਸਦਾ ਨਹੀਂ ਹੁੰਦਾ। ਹਾਂਜੀ ਹਾਂਜੀ। ਤੇ ਫਿਰ ਜੇ ਤੁਸੀਂ ਆਪਣੀ ਵਾਈਫ ਨੂੰ ਪ੍ਰੋਟੈਕਟ ਕਰਨਾ ਜਾਂ ਹਸਬੈਂਡ ਨੂੰ ਪ੍ਰੋਟੈਕਟ ਕਰਨਾ ਵਾ, ਬਹੁਤ ਜ਼ਰੂਰੀ ਹੈ ਵੀ ਤੁਸੀਂ ਵਿਲ ਬਣਾਵੋ ਇਸ ਹਿਸਾਬ ਨਾਲ। ਤੇ ਕਈ ਵਾਰੀ ਹੁੰਦਾ ਵਾ ਜਿੱਦਾਂ ਸਾਡੇ ਕਈ ਕਲਾਇੰਟ ਆ ਉਹ ਇੱਦਾਂ ਵੀ ਸੋਚਦੇ ਆ ਵੀ ਐਕਚੁਅਲੀ ਅਸੀਂ ਵਾਈਫ ਨੂੰ ਜਾਂ ਹਸਬੈਂਡ ਨੂੰ ਘਰ ਦੇ ਦੇਣਾ ਵਾ ਵੀ ਉਹ ਸਾਡਾ ਸਾਂਝਾ ਵਾ ਦੋਵਾਂ ਦਾ, ਉਦੋਂ ਬਾਅਦ ਜਦੋਂ ਕੁਝ ਹੋ ਗਿਆ ਫਿਰ ਬੱਚੇ ਨੂੰ ਜਾਊਗਾ, ਪਰ ਕੋਈ ਹੋਰ ਹਿੱਸੇ ਅਸੀਂ ਪਹਿਲਾਂ ਡਿਵਾਈਡ ਕਰ ਦੇਣੇ ਆ ਤਾਂ ਉਹ ਵੀ ਠੀਕ ਆ। ਪਰ ਇਹ ਡਿਸਕਸ਼ਨ ਹੈ ਜਿੰਨਾ ਚਿਰ ਤੁਸੀਂ ਡਿਸਕਸ਼ਨ ਕਰੋਗੇ ਨਹੀਂ, ਤੁਸੀਂ ਸੋਚੋਗੇ ਨਹੀਂ ਕਿ ਤੁਸੀਂ ਇਹ ਰੱਖ ਨਹੀਂ ਸਕਦੇ, ਤੇ ਜੇ ਤੁਸੀਂ ਇਹ ਨਹੀਂ ਬਣਾਓਗੇ ਵਿਲ ਤਾਂ ਜੋ ਤੁਸੀਂ ਤੁਹਾਡੇ ਮਨ ਦੇ ਵਿੱਚ ਉਹ ਤੁਹਾਡੇ ਨਾਲ ਹੀ ਚੱਲ ਜਾਂਦਾ। ਉਹ ਤਾਂ ਫਿਰ ਗਵਰਨਮੈਂਟ ਨੇ ਡਿਸਾਈਡ ਕਰਨਾ ਵੀ ਕਿੱਦਾਂ ਡਿਵਾਈਡ ਹੋਣਾ ਵਾ। ਸੋ ਜਿਹੜਾ ਬੈਸਟ ਟਾਈਮ ਵਿਲਸ ਬਣਾਉਣ ਲਈ ਕੀ ਟਾਈਮ ਤੁਸੀਂ ਕਹੋਗੇ ਵੀ ਸਾਡੇ ਵਿਊਅਰਸ ਨੂੰ ਕਦੋਂ ਵਿਲਸ ਤੁਹਾਨੂੰ ਲੱਗਦਾ ਵੀ ਬਣਾਉਣੀ ਚਾਹੀਦੀ ਹੈ? ਸੋ ਜੇ ਤੁਹਾਨੂੰ ਕੁਝ ਹੋ ਜਾਂਦਾ ਵਾ, ਤੁਸੀਂ ਦੋਵੇਂ ਮੈਰਿਡ ਆ, ਤੁਹਾਡੇ ਕੋਈ ਬੱਚੇ ਨਹੀਂ ਗਏ, ਜੇ ਤੁਹਾਡਾ ਇਹ ਸਿਸਟਮ ਫਿਰ ਤੁਹਾਡਾ ਆਟੋਮੈਟਿਕਲੀ ਹਸਬੈਂਡ ਵਾਈਫ ਨੂੰ ਜਾਂਦਾ ਵਾ। ਪਰ ਜੇ ਤੁਹਾਡਾ ਬੱਚਾ ਹੋਣ ਵਾਲਾ ਵਾ, ਜੇ ਬੱਚਾ ਹੋ ਜਾਂਦਾ ਵਾ ਫਿਰ ਤੁਹਾਨੂੰ ਉਸ ਵਕਤ ਤੇ ਵਿਲ ਬਹੁਤ ਜ਼ਰੂਰੀ ਹੈ ਬਣਾਉਣੀ। ਸੋ ਸਟ੍ਰਾਈਟ ਵੇ ਜਦੋਂ ਤੁਸੀਂ ਫੈਮਿਲੀ 'ਚ ਆ ਗਏ ਬੇਸਿਕਲੀ ਤੇ ਤੁਸੀਂ ਯੂ ਸ਼ੁੱਡ ਹੈਵ ਅ ਵਿਲ ਉਹ ਸਟ੍ਰਾਈਟ ਵੇ। ਸੋ ਜੇ ਤੁਸੀਂ ਸਿੰਗਲ ਆ ਤਾਂ ਤੁਹਾਡੀ ਬਹੁਤ ਹੀ ਅਗੇਨ ਤੁਸੀਂ ਚੰਗਾ ਕਮਾਇਆ ਵਾ, ਤੁਹਾਡੀ ਵੈਲਥ ਹੈ, ਤੁਸੀਂ ਸਿੰਗਲ ਆ, ਫੇਰ ਵੀ ਤੁਹਾਨੂੰ ਸੋਚਣਾ ਪੈਣਾ ਵਾ ਕਿਉਂਕਿ ਜੇ ਤੁਹਾਨੂੰ ਕੁਝ ਹੋ ਜਾਵੇ ਤੁਹਾਡੇ ਮਾਪੇ ਨੂੰ ਜਾਂਦਾ ਵਾ, ਫਿਰ ਤੁਹਾਡੀ ਸਿਬਲਿੰਗਸ ਨੂੰ, ਤੁਹਾਡੇ ਭਰਾ ਭੈਣਾਂ ਨੂੰ, ਫਿਰ ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੂੰ, ਫਿਰ ਤਾਂ ਵੀ ਤੁਹਾਨੂੰ ਵਿਲ ਚਾਹੀਦੀ ਹੈ ਕਿ ਸ਼ਾਇਦ ਤੁਸੀਂ ਚਾਹੁੰਦੇ ਹੋਵੋਗੇ ਵੀ ਐਕਚੁਅਲੀ ਮੰਮੀ ਡੈਡੀ ਠੀਕ ਆ, ਮੇਰਾ ਛੋਟਾ ਭਰਾ ਜਾਂ ਛੋਟੀ ਭੈਣ ਆ ਜਾਂ ਮੇਰਾ ਨੈਫਿਊ ਨੀਸ ਆ, ਮੈਂ ਉਹਨੂੰ ਦੇਣਾ ਚਾਹੁੰਦਾ ਹਾਂ ਜਾਂ ਦੇਣੀ ਚਾਹੁੰਦੀ ਹਾਂ, ਫਿਰ ਜ਼ਰੂਰੀ ਆ ਨਾ ਉਸ ਟਾਈਮ ਤੇ ਇਕੱਲੇ ਵੀ ਤੁਸੀਂ ਇਹ ਤਾਂ ਬਣਾਉਣੀ ਚਾਹੀਦੀ ਤੇ ਤੁਹਾਡੀ ਇਨਕਮ ਕਾਫੀ ਆ। ਓਕੇ। ਕਿਉਂਕਿ ਜੋ ਤੁਸੀਂ ਚਾਹੁੰਦੇ ਆ ਆਪਾਂ ਗੱਲਾਂ 'ਚ ਕਹਿ ਸਕਦੇ ਵੀ ਹਾਂ ਤੁਹਾਨੂੰ ਜਾਓ, ਉਹ ਵਿਲ ਤੋਂ ਬਿਨਾਂ ਤੁਹਾਡੇ ਬਾਅਦ ਹੋਣਾ ਨਹੀਂ। ਸੋ ਵਿਲ ਇਜ਼ ਸਾਡੇ ਵਿਊਅਰਸ ਨੂੰ ਹੁਣ ਤਾਂ ਪਤਾ ਲੱਗਿਆ, ਐਕਚੁਅਲੀ ਮੈਨੂੰ ਵੀ ਪਤਾ ਲੱਗਿਆ ਵਿਲਸ ਬਹੁਤ ਜ਼ਰੂਰੀ ਹੈ ਬਣਾਉਣੀ। ਸੋ ਸਟ੍ਰਾਈਟ ਅਵੇ ਕਿ ਜਦੋਂ ਤੁਹਾਨੂੰ ਲੱਗੇ ਫੈਮਿਲੀ ਦੇ ਵਿੱਚ ਅਗਰ ਤੁਸੀਂ ਭਾਵੇਂ ਸਿੰਗਲ, ਜਿੱਦਾਂ ਸੁਖੀ ਜੀ ਨੇ ਦੱਸਿਆ ਵੀ ਜਦੋਂ ਤੁਹਾਨੂੰ ਲੱਗੇ ਕਿ ਵਿਲਸ ਦਾ ਟਾਈਮ ਆ ਗਿਆ, ਕਈ ਵਾਰੀ ਟੂ ਲੇਟ ਹੋ ਜਾਂਦਾ, ਸਾਡੀ ਜਿਹੜੀ ਫੁੱਲਮੈਂਟ ਹੈਗੀ ਆ ਉਹ ਪੂਰੀ ਨਹੀਂ ਹੋ ਪਾਉਂਦੀ ਅਗਰ ਅਸੀਂ ਨਾ ਵਿਲ ਬਣਾਈਏ। ਤੇ ਇਹਦੇ ਲਈ ਸਾਡੇ ਐਕਸਪਰਟ ਸੁਖੀ ਤੇ ਹਰਪ੍ਰੀਤ ਜੀ ਐਟਵਾਲ ਹੈਗੇ ਆ, ਉਹ ਤੁਹਾਨੂੰ ਪੂਰੀ ਜਾਣਕਾਰੀ ਦੇ ਸਕਦੇ ਆ। ਐਂਡ ਹੋਰ ਮੁੱਦਿਆਂ ਤੇ ਵੀ ਜਿਹੜੀ ਜਾਣਕਾਰੀ ਹੈਗੀ ਹੈ, ਐਨੀਥਿੰਗ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਹੀਏ ਤੇ ਪੈਨਸ਼ਨ ਐਂਡ ਰਿਟਾਇਰਮੈਂਟ, ਫਾਈਨੈਂਸ਼ੀਅਲ ਪਲੈਨਿੰਗ, ਸੇਵਿੰਗ, ਟੈਕਸ ਐਂਡ ਟਰਸਟ ਪਲੈਨਿੰਗ ਵੀ ਹੈ ਕਰਦੇ ਆ, ਮੋਰਗੇजेस ਵੀ ਤੇ ਬਿਜ਼ਨਸ ਦੀ ਐਡਵਾਈਸ ਵੀ ਦਿੰਦੇ ਹੈਗੇ ਸਾਡੇ। ਹੁਣ ਇਸ ਟਾਈਮ ਦੇ ਵਿੱਚ ਹੈ ਨਾ ਕਾਫੀ ਜਿਹੜੇ ਵਿਊਅਰਸ ਨੇ ਜਾਂ ਜਿਹੜੀ ਯੰਗਰ ਪੀਪਲ ਜਿਹੜੇ ਹੁਣ ਨਿਊ ਬਿਜ਼ਨਸ ਸਟਾਰਟ ਕਰ ਰਹੇ ਨੇ, ਉਹਨਾਂ ਦੇ ਬਾਰੇ ਤੁਸੀਂ ਕੀ ਐਡਵਾਈਸ ਉਹਨਾਂ ਦੋਗੇ ਵੀ ਅਸੀਂ ਬਿਜ਼ਨਸ ਅਗਰ ਕਿਸੇ ਨੇ ਸਟ੍ਰਾਈਟ ਵੇ ਫਰਸਟ ਸਟੈਪ ਜਿਹੜਾ ਉਹਨਾਂ ਦਾ ਬਿਜ਼ਨਸ ਦੇ ਵਿੱਚ ਹੈਗਾ ਐਜ਼ ਅ ਬੇਬੀ ਸਟੈਪ ਯੂ ਕੈਨ ਸੇ, ਉਹਨਾਂ ਦਾ ਕੀ ਹੋਣਾ ਚਾਹੀਦਾ ਹੈਗਾ? ਫਰਸਟ ਐਡਵਾਈਸ ਮੈਂ ਕਹਿ ਦਵਾਂ ਨੰਬਰ 1 ਰੀਜ਼ਨ 95% ਫੇਲ ਹੋ ਜਾਂਦੇ ਬਿਜ਼ਨਸ ਇਜ਼ ਕੈਸ਼ ਫਲੋ ਬਜਟਿੰਗ। ਜਿੱਦਾਂ ਅਸੀਂ ਕਹਿੰਦੇ ਸੀ ਵੀ ਪਰਸਨਲ ਬਜਟਿੰਗ ਵੀ ਕਰੋ, ਬਿਜ਼ਨਸ ਬਜਟਿੰਗ ਵੀ ਕਰ ਲਓ। ਤੁਸੀਂ ਇਨਕਮ ਇੱਦਾਂ ਨਹੀਂ ਸੋਚੋ ਮੇਰੀ ਜਿੰਨੀ ਵੀ ਇਨਕਮ ਮੇਰੇ ਆ ਦੈਨ ਨੋਟ 20% ਤੁਸੀਂ ਟੈਕਸ ਵਾਸ ਦੇਣੇ ਆ। ਮੇ ਬੀ ਸੋਚ ਲਓ ਡੋਮਿਨੋਜ਼ ਸਭ ਤੋਂ ਦੁਨੀਆ 'ਚ ਨੰਬਰ 1 ਕੰਪਨੀ ਹੈ, one of the number 1 companies in the world, ਉਹਦੇ ਪਤਾ ਨਹੀਂ 7% ਜਿੰਨੇ ਵੀ ਇਨਕਮ ਆਉਂਦੇ ਕੋਈ ਵੀ ਡੋਮਿਨੋਜ਼ ਫਰੈਂਚਾਈਜ਼ੀ, ਅਪੋਲੋਜਾਈਜ਼ ਜੇ ਕੋਈ ਰੋਂਗ ਪਰਸੈਂਟੇਜ ਕਹਿਤਾ, ਬਟ ਡੈਫੀਨਿਟਲੀ ਸਮ ਪਰਸੈਂਟੇਜ ਆਫ ਦਾ ਇਨਕਮ ਇਜ਼ ਗਿਵਨ ਟੂ ਮਾਰਕੀਟਿੰਗ। ਸੋ ਮਾਰਕੀਟਿੰਗ ਦਾ ਵੀ ਸੋਚ ਲਓ ਵਿਚ ਇਜ਼ ਫਿਊਚਰ ਕਸਟਮਰਸ। ਸੋ ਟੈਕਸ ਵੀ ਸੋਚੋ ਬਿਕਾਜ਼ ਟੈਕਸ ਦਾ ਬਿੱਲ ਤਾਂ ਆਉਣਾ ਆ। ਮਾਰਕੀਟਿੰਗ ਦਾ ਵੀ ਸੋਚੋ and expenses ਦਾ ਵੀ ਸੋਚ ਲਓ। be really tight on your expenses. I don't care if ਤੁਹਾਨੂੰ ਲੋਨ ਮਿਲ ਗਿਆ, ਤੁਹਾਨੂੰ ਗ੍ਰਾਂਟ ਮਿਲ ਗਿਆ 10,000 ਦਾ, 20,000, 100,000 ਦਾ, ਮਮ ਡੈਡ ਗ੍ਰੈਂਡ ਪੈਰੈਂਟਸ ਨੇ ਪੈਸੇ ਦਿੱਤੇ, look after that every pound like it's so precious and focus on profit. So ਅਸੀਂ
I don't know, spend £10 on marketing and we make £50 because we get £50 of revenue. Out of the £50, ਜਿਹਨੇ ਤੁਸੀਂ £50 ਕਮਾਉਂਦੇ ਆ, profit ਕਿੰਨਾ? Profit. Try to remind yourself, turnover ਕੀ ਗੋਰਜ ਕੀ ਕਹਿੰਦੇ ਆ, turnover is sanity. Turnover is vanity, profit is sanity. ਇਹਦਾ ਮਤਲਬ ਇਹ ਆ profit ਦਾ ਸੋਚੋ ਕਿੰਨਾ actually cost ਕੱਟ ਕੇ ਕਿੰਨੇ profit ਤੁਹਾਡੇ ਹੱਥ 'ਚ ਆਉਣੇ ਆ, because profit is for your family. And second advice, ਤੁਸੀਂ fixed wage ਕੱਢੋ. I think it's the best advice I could give anyone. ਜੇ ਤੁਸੀਂ solicitor ਜਾਂ accountant ਜਾਂ architect ਜਾਂ ਚਾਹੇ ਕੋਈ relationship shop ਖੋਲ ਲਈ, doesn't matter what the turnover of the business is, ਤੁਸੀਂ fixed wage ਕੱਢੋ. ਆਪਣੀ family ਲਈ safe ਹੋਣਾ, ਤੁਸੀਂ £200 £500 ਜਿੰਨੇ ਵੀ ਪੈਸੇ, doesn't matter, figure ਸੋਚ ਲਓ, every week ਤੁਸੀਂ ਇੰਨੇ ਪੈਸੇ ਦੇ ਦਿਓ ਆਪਣੇ family ਨੂੰ. And the business je zyada ho gaye paise, leave it in the company, we'll see reinvest kar lete hain and then we'll do something else with the business. So cash flow is number one reason. Get a good bookkeeper. You can get good bookkeepers for £12 an hour. It's nothing. Don't think of it as a waste of money. ਅਸੀਂ ਇੱਕ second biggest advice, ਅਸੀਂ ਸੋਚਦੇ ਸਾਰਾ ਕੁਝ ਕਰ ਸਕਦੇ ਆ. ਮੇਰੀ ਸਭ ਤੋਂ number one experience ਆ, ਆਪ ਕਹਿ ਸਕਦੇ ਕੀ ਆ, talking. Number one, I'm not good with accounts, so I've got an accountant, I've got a systems manager, I've got 6 staff working in our team. ਸਾਰੇ ਨੂੰ ਸੋਚਣਾ ਚਾਹੀਦਾ, what are we good at? Stick to what we're good at. If we a painter, let's just paint. Leave the accounts, leave the marketing, leave it to other people. That's my 2 tips. ਨਹੀਂ ਵਧੀਆ, ਬਿਕੋਜ਼ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਨਹੀਂ ਹੈ, ਵੀ ਕਾਂਟ ਰੀਲੀ ਗਰੋ ਇਨ ਦੈਟ. ਅਗਰ ਨੈਚੁਰਲੀ ਅਗਰ ਤੁਸੀਂ ਕਿਸੇ ਚੀਜ਼ 'ਚ ਗੁੱਡ ਹੋ, ਸੇ ਹੁਣ ਤੁਸੀਂ ਨੈਚੁਰਲੀ ਉਹਦੇ ਵਿੱਚ ਸ਼ੁਰੂ ਹੋਏ ਸੀ. even with me it's the same, we start with nothing, then we grow it. ਅਸੀਂ ਸ਼ੁਰੂ ਹੋਏ zero ਤੋਂ, then you want to do everything, put control ਦੀ ਚੀਜ਼ ਆ ਸਭ, everything is linked to emotion, everything. ਸ਼ੁਰੂ ਤੋਂ ਅਸੀਂ we didn't ask for help, ਅਸੀਂ ਆਪ ਕਰਨਾ ਸੀ ਸਾਰਾ ਕੁਝ. I think ਜਿੱਦਾਂ but we've got to learn that if we want to grow it, we have to ask for help. Yes, we have to. ਸੋ ਇਹ ਸੋਚੋ, ਜੇ ਤੁਸੀਂ ਆਪਣੇ ਬਿਜ਼ਨਸ ਵਿੱਚ 2 ਘੰਟੇ ਕੰਮ ਕਰਦੇ ਆ, ਉਹ ਤੁਹਾਡੀ ਕੀ ਕਮਾਈ ਹੁੰਦੀ ਆ. ਸੋ ਜੇ ਤੁਸੀਂ ਅਕਾਊਂਟਿੰਗ ਕਰਦੇ, ਜੇ ਤੁਸੀਂ ਅਕਾਊਂਟੈਂਟ ਨਹੀਂ ਗਏ, ਤੁਹਾਨੂੰ ਭਾਵੇਂ ਸਾਰਾ ਦਿਨ ਲੱਗ ਜਾਓ ਅਕਾਊਂਟਸ ਕਰਨ ਨੂੰ, ਠੀਕ ਹੈ. ਜੇ ਉਹੀ ਕੰਮ ਤੁਸੀਂ ਅਕਾਊਂਟੈਂਟ ਨੂੰ ਦਓਗੇ ਜਾਂ ਬੁੱਕ ਕੀਪਰ ਨੂੰ, ਉਹਨੂੰ ਘੰਟਾ ਲੱਗਣਾ ਵਾ. ਹੁਣ ਤੁਸੀਂ ਇਹ ਸੋਚੋ ਤੁਸੀਂ 8 ਘੰਟੇ 'ਚ ਕਿੰਨੀ ਕਮਾਈ ਤੁਹਾਡੀ ਲੂਜ਼ ਹੋਣੀ ਆ, ਤੇ ਜੇ ਤੁਸੀਂ ਉਹ 8 ਘੰਟਿਆਂ ਦੇ ਵਿੱਚੋਂ ਤੁਹਾਡੇ ਆਪਣੇ 2 ਘੰਟੇ ਦੀ ਤਨਖਾਹ ਬੁੱਕ ਕੀਪਰ ਨੂੰ ਦੋਗੇ, ਤੁਸੀਂ ਤੁਹਾਡੀ ਸਿਰਫ ਇਹ ਵੀ 6 ਘੰਟੇ ਦੀ ਇਨਕਮ ਹੋਣੀ ਆ. ਵੈਰੀ ਟਰੂ. ਟਾਈਮ ਕੰਜ਼ਿਊਮਿੰਗ, ਮਨੀ ਕੰਜ਼ਿਊਮਿੰਗ ਕਾਫੀ. ਜਦੋਂ ਤੁਸੀਂ ਜ਼ੀਰੋ ਤੋਂ ਸ਼ੁਰੂ ਹੁੰਦੇ, ਤੁਸੀਂ ਚਾਹੁੰਦੇ ਵੀ ਅਸੀਂ ਸਾਰਾ ਕੁਝ ਆਪ ਕਰ ਸਕਦੇ ਹਾਂ, ਸੋ ਹੈਲਪ ਲਵੋ. ਪਰ ਸਭ ਤੋਂ ਜ਼ਰੂਰੀ ਜੋ ਹਰਪ੍ਰੀਤ ਨੇ ਕਿਹਾ ਵਾ, ਇਟਸ ਬਜਟਿੰਗ. ਸੋ ਜੇ ਸਾਡੀ ਕੋਈ ਇਨਕਮ ਆਉਂਦੀ ਆ ਹੈ ਨਾ, ਤੇ ਤੁਸੀਂ ਵਰਕਆਊਟ ਕਰੋ ਵੀ ਕੀ ਪਰਸੈਂਟੇਜ ਤੁਹਾਡਾ ਖਰਚਾ ਵਾ, ਕੀ ਪਰਸੈਂਟੇਜ ਤੁਸੀਂ ਮਾਰਕੀਟਿੰਗ 'ਚ ਪਾਉਣਾ, ਤੇ ਕੀ ਪਰਸੈਂਟੇਜ ਜਿਹੜੀ ਤੁਹਾਡੀ ਪ੍ਰੋਫਿਟ ਹੋਈ ਤੁਹਾਨੂੰ ਟੈਕਸ ਨੂੰ ਜਾਣਾ. ਜੇ ਤੁਸੀਂ ਹਰੇਕ ਮਹੀਨੇ ਜਾਂ ਹਰੇਕ ਹਫਤੇ ਇਨਕਮ 'ਚੋਂ ਇਹ ਸਾਰੀ ਚੀਜ਼ਾਂ ਕੱਢ ਕੇ ਤੁਹਾਡੇ ਅਕਾਊਂਟ 'ਚ ਪਾਈ ਜਾਓਗੇ, ਜਦੋਂ ਤੁਹਾਡੇ 12 ਮਹੀਨੇ ਨੂੰ ਟੈਕਸ ਬਿੱਲ ਆਉਣਾ ਵਾ, ਤੁਹਾਡਾ ਪੈਸਾ ਆਲਰੇਡੀ ਜਮ੍ਹਾਂ ਹੋਇਆ ਹੋਣਾ. ਸਹੀ ਗੱਲ ਆ, ਪੈਸੇ ਨੂੰ ਪੈਸਾ ਆਂਦਾ ਕਹਿੰਦੇ ਵੀ, ਬਟ ਅਗਰ ਤੁਸੀਂ ਰਾਈਟ ਮੈਨੇਜਮੈਂਟ ਆਪਣੇ ਦਿਮਾਗ ਯੂਜ਼ ਕਰਕੇ ਵੀ 8 ਘੰਟੇ ਤਾਂ ਮੈਂ ਆਪਣੀ ਬੁੱਕ ਕੀਪਿੰਗ ਆਪ ਕਰਨੀ ਆ, ਉਹੀਓ ਮੈਂ 2 ਘੰਟੇ ਦੇ ਪੈਸੇ ਕਿਸੇ ਨੂੰ ਦਾ ਤੇ 6 ਘੰਟੇ ਦੇ ਮੇਰੇ ਕੋਲ ਆਪਣੇ ਕੋਲ ਆਣਗੇ. ਐਂਡ ਟਾਈਮਿੰਗ ਅਲੱਗ, ਜਿਹੜਾ ਇੰਨਾ ਟਾਈਮ ਲਾਣਾ, ਪੈਸੇ ਵੀ ਬਚਣਗੇ ਤੇ ਟਾਈਮਿੰਗ ਵੀ. all is ਮਾਈਂਡ ਗੇਮ, ਇਜ਼ ਅਸੀਂ 19 years ਅਸੀਂ ਬਿਜ਼ਨਸ 'ਚ ਹੁਣ ਹੈ ਨਾ, ਅਤੇ ਜਿਹੜਾ ਤੁਹਾਡਾ ਮਾਈਂਡ ਸੈਟ ਆ, ਅਸੀਂ ਆਪ ਸਿੱਖਿਆ ਵਾ 19 ਸਾਲਾਂ ਦੇ ਵਿੱਚ ਵੀ. ਤੁਹਾਨੂੰ ਕਈ ਵਾਰੀ ਹੈ ਨਾ ਟੋਟਲ ਸ਼ਿਫਟ ਕਰਨਾ ਪੈਂਦਾ ਵਾ 360. ਜਦੋਂ ਤੁਸੀਂ ਸ਼ੁਰੂ ਹੁੰਦੇ ਆ ਬਿਜ਼ਨਸ ਹੈ ਨਾ, ਤੁਸੀਂ ਆਟੋਮੈਟਿਕਲੀ ਆਪਣਾ ਜਿਹੜਾ ਖਰਚਾ ਹੈ ਨਾ, ਉਹਨੂੰ ਪੈਸਾ ਉਹਨੂੰ ਇੱਦਾਂ ਕਰਦੇ ਆ, ਮੁੱਠੀ 'ਚ ਬੰਦ ਕਰਦੇ ਵੀ ਅਸੀਂ ਖਰਚਣਾ ਨਹੀਂ, ਵੀ ਮਸੀਂ ਅਸੀਂ ਲਾਇਆ ਵਾ ਹੈ ਨਾ, ਇਹ ਨਹੀਂ ਪਤਾ ਵੀ ਕੱਲ੍ਹ ਨੂੰ ਸਾਨੂੰ ਸੇਲ ਹੋਊਗੀ ਜਾਂ ਨਹੀਂ. ਪਰ ਜਦੋਂ ਤੁਸੀਂ ਸਹੁਰੀ ਲਾਈਫ 'ਚ ਸਿੱਖੋਗੇ ਹੈ ਨਾ, ਵੀ ਐਕਚੁਅਲੀ ਜਿਹੜੀ ਉਹ ਮੁੱਠੀ 'ਚ ਤੁਸੀਂ ਉਹਨੂੰ ਥੋੜ੍ਹਾ ਕੁ ਲੂਜ਼ ਕਰ ਦਿਓ ਹੈ ਨਾ, ਅਤੇ ਉਹ ਇੰਨਾ ਆ ਜਾਣਾ ਵੀ ਤੁਹਾਡੀ ਮੁੱਠੀ ਕੋ ਫਰ ਨਹੀਂ ਹੋਣਾ. ਸੋ ਲੈਟ ਇਟ ਗੋ ਵੈਨ ਇਜ਼ ਨੀਡਡ, ਹੈ ਨਾ. ਕਈ ਵਾਰੀ ਸਾਨੂੰ ਇਹ ਹੁੰਦਾ ਸੀ ਦਬੋਚ ਕੇ ਰੱਖ ਲਈਏ ਚੀਜ਼ ਨੂੰ, ਤੇ ਅਸੀਂ ਲੈਟ ਗੋ ਨਹੀਂ ਕਰਦੇ, ਜੋ ਕਿ ਉਸ ਟਾਈਮ ਤੇ ਜ਼ਰੂਰੀ ਹੁੰਦਾ ਬਿਜ਼ਨਸ ਦੇ ਵਿੱਚ, ਕਹਿ ਲਓ. ਤੇ ਸਾਡੇ ਕੋਲ ਬਹੁਤ ਥੋੜਾ 3 minutes ਰਹਿ ਗਏ ਆ, ਹੈ ਨਾ. ਸੋ ਕੋਈ ਜਿਹੜੀ ਇਨਫੋਰਮੇਸ਼ਨ ਐਜ਼ ਤੁਹਾਡੇ ਐਕਸਪੀਰੀਅੰਸ ਤੋਂ ਤੁਹਾਨੂੰ ਲੱਗਦਾ ਵੀ ਜਿਹੜੇ ਤੁਹਾਡੇ ਕਲਾਇੰਟਸ ਨੇ ਉਹ ਜਾਣਨਾ ਚਾਹੁੰਦੇ ਹੋਣਗੇ ਤੁਹਾਡੇ ਐਕਸਪੀਰੀਅੰਸ ਤੋਂ, ਜੋ ਸਾਡੇ ਤੁਸੀਂ ਵਿਊਅਰਸ ਨੂੰ ਦੇਣਾ ਚਾਹੋਗੇ, ਯੂ ਕੈਨ ਗਿਵ ਦੈਟ ਦਿਸ ਟਾਈਮ. ਬਈ ਐਡਵਾਈਸ ਕੀ ਤੇ ਮੈਂ ਬਈ ਜਸਟ ਤੁਸੀਂ ਲੌਂਗ ਟਰਮ ਸੋਚੋ. ਸਾਰੀ ਦੁਨੀਆ ਅੱਜ ਦੀ ਸੋਚਦੇ ਲੈਟਸ ਮੇਕ ਲਾਈਫ ਪਰਫੈਕਟ ਟੂਡੇ. ਉਹ ਵੀ ਮੈਂ ਐਗਰੀਮੈਂਟ ਜਾਂ ਕਰੋ, ਇੰਜੋਏ ਯੋਰ ਲਾਈਫ ਟੂਡੇ. ਉਹ ਥੋੜ੍ਹੀ ਅੱਗੇ ਸੋਚੋ, ਇਟਸ ਬੈਟਰ. ਆਈ ਨੋ ਕਿ ਕਹਿੰਦੇ ਇਸ ਬਿਟ ਬੋਰਿੰਗ, ਇਸ ਥੋੜ੍ਹੀ ਐਕਸਾਈਟਿੰਗ ਨਹੀਂ, ਬਟ ਟਰਸਟ ਮੀ, the financial joy for something like paying off your debts or paying off your mortgage or thinking a bit bigger and longer, oh inna joy ਹੁੰਦਾ ਨਾ, ਤੁਸੀਂ ਵੀ ਅੱਗੇ long term ਸੋਚੋ. That's my main advice. Think long term. Get a good I am going to say, get a good competent partner and delegate.
Don't try and do it yourself. ਤੁਸੀਂ ਸਾਰਾ ਅੱਜ ਨਹੀਂ ਸਾਰਾ ਨਹੀਂ ਸੋਚੋ ਆਪ ਕਰੋ ਸਾਰਾ ਕੁਝ. Get a good partner, get good lawyers. We've got lawyers, bankers, accountants, ਸਾਰੀ ਪੂਰੀ ਟੀਮ ਹੈ. ਉਹ ਅਸੀਂ ਸਾਰੇ ਇਕੱਠੇ ਗਰੋ ਕਰਦੇ ਆ. ਅਸੀਂ ਨਹੀਂ. And actually second tip I'll give you, ਆਪ ਨਹੀਂ ਕਮਾਏ ਸਾਰਾ ਕੁਝ. Give something back. Give it to the community, give it to our religious homes, give it to charity, give it to where you need to give it, but make sure you serve the planet. Give something back to the planet. It's not all me. No, it's sometimes it doesn't have to be money, it can be time. Yeah, we do pro bono work for ਜਿੱਦਾਂ ਜੇ charities. ਤੁਸੀਂ ਵੈਸੇ ਵੀ ਜੇ ਤੁਸੀਂ ਤੁਹਾਨੂੰ ਕੁਝ ਪਤਾ ਵਾ ਤੁਸੀਂ ਉਹਨੂੰ ਸ਼ੇਅਰ ਕਰ ਸਕਦੇ ਆ, ਸ਼ੇਅਰ ਕਰੋ. ਜੇ ਆਪਾਂ ਸ਼ੇਅਰ ਕਰੂਗੇ ਤਾਂ ਆਪਾਂ ਨੂੰ ਤਾਂ ਹੋਰਾਂ ਦੀ ਵੀ ਨੌਲੇਜ ਦੂਸਰਿਆਂ ਦੀ ਵੀ ਨਾਲੇ ਸਾਨੂੰ ਆਪਾਂ ਨੂੰ ਬਲੇਸਿੰਗਸ ਮਿਲੂਗੀ. ਸਹੀ ਗੱਲ ਹੈ. ਤੇ ਪਰ ਮੇਰੇ ਲਈ ਸਭ ਤੋਂ ਜ਼ਰੂਰੀ ਇਹ ਆ ਵੀ ਜਦੋਂ ਤੁਸੀਂ ਜੇ ਤੁਸੀਂ ਆਪਣੀ ਵੈਲਥ ਨੂੰ ਗਰੋ ਕਰਨਾ ਚਾਹੁੰਦੇ ਆ, ਜੇ ਉਹਨੂੰ ਲੁੱਕ ਆਫਟਰ ਕਰਨਾ ਚਾਹੁੰਦੇ ਆ, ਤੇ ਇੱਦਾਂ ਨਾ ਕਰੋ ਵੀ ਫਲਾਣੇ ਨੇ ਮੈਨੂੰ ਇਹ ਐਡਵਾਈਸ ਦਿੱਤੀ ਜਾਂ ਮੇਰੀ ਫਰੈਂਡ ਨੇ ਇਹ ਕਿਹਾ. ਐਕਚੁਅਲੀ ਉਸ ਬੰਦੇ ਕੋਲ ਜਾ ਕੇ ਐਡਵਾਈਸ ਲਵੋ ਜਿਹਨੂੰ ਗੌਰਮੈਂਟ ਨੇ ਕਿ ਸਟੰਪ ਦਿੱਤੀ ਹੋਈ ਵੀ ਐਡਵਾਈਸ ਦੇ ਸਕਦੇ ਆ. ਹਾਂ, ਇਹੋ ਮੈਂ ਪੁੱਛਣਾ ਚਾਹਾਂਗੀ ਸੁਖੀ ਵੀ ਇੱਕ ਸਾਡੇ ਫਾਈਨੈਂਸ਼ੀਅਲ ਐਡਵਾਈਜ਼ਰ ਇਸ ਟਾਈਮ ਤੇ ਕਾਫੀ ਨੇ ਐਂਡ ਵੀ ਗੋਲ ਸੋ ਮੈਨੀ. ਜਦੋਂ ਅਸੀਂ ਗੂਗਲ ਤੇ ਪਾਈਏ ਤੇ ਕਿੰਨੇ ਐਡਵਾਈਸ ਹੈ. ਇੱਕ ਰਾਈਟ ਐਡਵਾਈਜ਼ਰ ਤੁਹਾਡੀ ਨਜ਼ਰ ਦੇ ਵਿੱਚ ਕਿੱਦਾਂ ਦਾ ਹੋਣਾ ਚਾਹੀਦਾ? ਦੇ ਸ਼ੁੱਡ ਬੀ FCA ਰਜਿਸਟਰਡ. ਹਾਂਜੀ. ਜੇ ਤੁਸੀਂ ਕਿਸੇ ਨੂੰ ਵੀ ਪੈਸੇ ਦੇਣੇ ਆ ਪਹਿਲਾਂ ਚੈੱਕ ਕਰੋ ਵੀ FCA ਰਜਿਸਟਰਡ ਆ, ਕਿਉਂਕਿ ਜੇ FCA ਰਜਿਸਟਰਡ ਹੈ ਤੇ ਫਿਰ ਉਹ ਬੈਂਕ ਜਿੰਨੀ ਤੁਹਾਨੂੰ ਸੇਫਟੀ ਆ. ਸੋ ਜੇ ਤੁਸੀਂ ਬੈਂਕ 'ਚ ਜਾਓਗੇ ਪੈਸੇ ਜਮ੍ਹਾਂ ਕਰੋਗੇ, ਜੇ ਤੁਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਕੋਲ ਜਮ੍ਹਾਂ ਕਰੋਗੇ, ਐਗਜ਼ੈਕਟਲੀ ਸੇਮ ਸਿਕਿਉਰਿਟੀ ਆ. ਸੋ ਬਹੁਤ ਜ਼ਰੂਰੀ ਆ ਵੀ FCA ਰਜਿਸਟਰਡ ਹੋਣ. So we got the full information. I think then we will go back into ਸਾਰੀ ਜਿਹੜੀ ਹੈ ਈਜ਼ੀਲੀ ਨੈਕਸਟ ਅਸੀਂ ਜ਼ਰੂਰ ਆਪਣੇ ਸ਼ੋਅ ਦੇ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗੇ ਵਿਸਥਾਰ ਦੇ ਵਿੱਚ. ਤੇ ਅੱਜ ਦੇ ਲਈ ਸਾਡੇ ਵੱਲੋਂ ਤੇ ਸ਼ੋਅ ਇੱਥੇ ਹੀ ਸਮਾਪਤ ਹੁੰਦਾ ਹੈ ਤੇ ਨੈਕਸਟ ਵੀਕ ਮੈਂ ਤੁਹਾਨੂੰ ਮਿਲਾਂਗੀ ਕਿਸੇ ਹੋਰ ਗੈਸਟ ਦੇ ਨਾਲ. ਮੇਰੇ ਵੱਲੋਂ ਸੁਖੀ ਐਟਵਾਲ ਵੱਲੋਂ, ਹਰਪ੍ਰੀਤ ਐਟਵਾਲ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ.